19 ਸਾਲ ਦੀ ਏਜ 'ਚ ਮੇਰਾ ਵਿਆਹ ਹੋ ਗਿਆ ਸੀ ਜੀ। ਵਿਆਹ ਦੇ 20 ਸਾਲ ਬਾਅਦ ਜਦੋਂ ਲੋਕ ਆਲਮੋਸਟ ਆਪਣੇ ਆਪ ਨੂੰ ਥੱਕਿਆ ਹਾਰਿਆ ਹੰਭਿਆ ਹੋਇਆ ਮਹਿਸੂਸ ਕਰਦੇ ਆ ਤੇ 20 ਸਾਲ ਬਾਅਦ ਇੱਕ ਵੱਡੀ ਛਲਾਂਗ ਪੁੱਟਣਾ, ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ, ਉਹ ਸ਼ੁਰੂਆਤ ਕਦੋਂ ਤੇ ਕਿੱਥੋਂ ਸ਼ੁਰੂ ਹੋਈ? ਉਹੀ ਹੋਣਾ ਸੀ ਮੈਂ ਜਿਸ ਰੇਡੀਓ 'ਚ ਗਈ ਉਹਨਾਂ ਨੇ ਮੈਨੂੰ ਬਾਹਰ ਦਾ ਰਸਤਾ ਦਿਖਾਇਆ। ਕਿਹੋ ਜਿਹੀਆਂ ਜਿਹੜੀਆਂ, ਕਿਉਂਕਿ ਇਹ ਰਿਜੈਕਸ਼ਨ ਹੋਈ, ਇਹ ਤੁਸੀਂ ਇੱਕ ਗੱਲ ਕੀਤੀ, ਪਰ ਅਸੀਂ ਚਾਹੁੰਦੇ ਕਿ ਦਰਸ਼ਕਾਂ ਨਾਲ ਇਹ ਗੱਲ ਜ਼ਰੂਰ ਕਰੋ ਕਿ ਰਿਜੈਕਸ਼ਨ ਦਾ ਕਾਰਨ ਕੀ ਸੀ? ਬਹੁਤ ਮੈਨੂੰ ਨਾ ਉਹਦੇ 'ਚ ਕਿਉਰਿਓਸਿਟੀ ਸੀਗੀ ਕਿ ਮੈਂ ਰੇਡੀਓ ਦੇਖਾਂ ਕਿੱਦਾਂ ਕੰਮ ਕਰਦੇ ਆ, ਜੌਕੀਜ਼ ਕਿੱਦਾਂ ਬੋਲਦੇ ਆ। ਇੱਕ ਆਦਤ ਹੈ ਕਿ ਮੈਨੂੰ ਕੁਝ ਵੀ ਸਿੱਖਣਾ ਹੁੰਦਾ ਨਾ, ਮੈਂ ਦੂਸਰੇ ਬੰਦੇ ਦੇ ਪਿੱਛੇ ਪੈ ਜਾਂਦੀ ਕਿ ਮੈਨੂੰ ਸਿਖਾ ਦਿਓ ਤੇ ਅਗਰ ਉਹਨਾਂ ਨੂੰ ਆਉਂਦਾ ਮੈਨੂੰ ਨਹੀਂ ਆਉਂਦਾ ਤੇ ਮੈਂ ਸਿੱਖ ਕੇ ਛੱਡਣਾ। ਬਿਲਕੁਲ। ਐਜ਼ ਅ ਫੀਮੇਲ ਜਦੋਂ ਤੁਸੀਂ ਕਿਸੇ ਕੋਲ ਸਿੱਖਣ ਜਾਂਦੇ ਸੀਗੇ, ਕਿੱਦਾਂ ਦਾ ਸਪੋਰਟ ਸੀਗਾ ਟੀਮ ਦੇ ਵਿੱਚ? ਕਿੱਦਾਂ ਦੀਆਂ ਕੀ ਤੁਹਾਨੂੰ ਕੁਝ ਚੁਣੌਤੀਆਂ ਜਾਂ ਚੈਲੰਜਿਸ ਜਿਹੜੇ ਉਹਨਾਂ ਦਾ ਵੀ ਸਾਹਮਣਾ ਕਰਨਾ ਪਿਆ? ਸੋ ਮੈਨੂੰ ਲੱਗਦਾ ਕਿ ਫੈਮਿਲੀ ਮੈਂਬਰ ਤੋਂ ਕੰਮ ਲੈਣਾ ਈਜ਼ੀ ਹੈ ਬਜਾਏ ਕਿ ਇੱਕ ਬੌਸ ਬਣ ਕੇ ਨਾ। ਲਾਈਫ ਦੇ ਵਿੱਚ ਕਿਹੜੀ ਇਦਾਂ ਦੀ ਚੀਜ਼ ਹੈ ਜਿਹੜੇ ਤੁਹਾਡੇ ਬਹੁਤ ਕਲੋਜ਼ ਹੈ? ਸੋ ਉਹ ਚੀਜ਼ ਜਿਹੜੀ ਆ ਉਹ ਮੇਰੇ ਨਾਲ ਹਮੇਸ਼ਾ ਹੈ, ਕਿਉਂਕਿ ਮੈਂ ਆਪਣਾ ਬਰਥਡੇ ਜਿਹੜਾ ਨਾ ਉਹ ਲਾਈਫ ਦੀ ਕੋਈ ਵੀ ਇਦਾਂ ਦੀ ਯਾਦ, ਕੋਈ ਮੈਮੋਰੀ? ਕਹਿੰਦੇ ਅੱਜ ਮੇਰੇ ਪੈਰ ਮੇਰੀਆਂ ਹੱਡੀਆਂ ਇੰਨੀਆਂ ਉੱਚੀਆਂ ਹੋ ਗਈਆਂ। ਸੋ ਉਹ ਚੀਜ਼ਾਂ ਜਿਹੜੀਆਂ ਉਹ ਜੀ ਆਇਆਂ ਨੂੰ ਤੂੰ ਮਿਲਿਆ ਹੋਰ ਕੀ ਮੰਗਣਾ ਏ, ਤੂੰ ਕਿਸੇ ਕਬੂਲ ਦੁਆ ਵਰਗਾ, ਅੰਮ੍ਰਿਤ ਵੇਲੇ ਦੇ ਬੋਲ ਜਿਹਾ, ਸੂਰਜ ਨੂੰ ਜਾਂਦੇ ਰਾਹ ਵਰਗਾ, ਤੇਰੇ ਬਿਨਾ ਗੁਜ਼ਾਰੇ ਨਹੀਂ ਹੋਣੇ, ਤੂੰ ਆਉਂਦੇ ਜਾਂਦੇ ਸਾਹ ਵਰਗਾ। ਕੁਝ ਇਹੋ ਜਿਹਾ ਰਿਸ਼ਤਾ ਸਾਡਾ ਤੇ ਪੰਜਾਬ ਵਨ ਚੈਨਲ ਦੇ ਉਹਨੇ ਦਰਸ਼ਕਾਂ ਦਾ ਜਿਹੜੇ ਲਗਾਤਾਰ ਜੁੜਦੇ ਨੇ, ਗੱਲਾਂ ਬਾਤਾਂ ਸਾਡਾ ਕਰਦੇ ਨੇ। ਸੋ ਇੱਕ ਵਾਰੀ ਫਿਰ ਜੁੜੇ ਆ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ। ਸੋ ਜੀ ਆਇਆਂ ਨੂੰ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਡੇ ਨਾਲ ਜੁੜੇ ਹਾਂ ਔਰ ਗੱਲਬਾਤ ਜਿਹੜੀ ਕਰਾਂਗੇ ਅੱਜ ਇਹੋ ਜਿਹੇ ਮਹਿਮਾਨ ਦੇ ਨਾਲ, ਇਹੋ ਜਿਹੀ ਸ਼ਖਸੀਅਤ ਦੇ ਨਾਲ। ਕੁਝ ਗੱਲਾਂ ਜਿਹੜੀਆਂ ਅਸੀਂ ਸੋਚਦੇ ਮਹਿਸੂਸ ਕਰਦੇ ਹਾਂ। ਅੱਖਾਂ ਜਦੋਂ ਮੀਟੀਆਂ ਜ਼ਮਾਨਾ ਮੈਨੂੰ ਰੋਏਗਾ, ਥਾਂ ਥਾਈ ਆਪਣਾ ਬੇਗਾਨਾ ਮੈਨੂੰ ਰੋਏਗਾ, ਮਿਲਿਆ ਨਾ ਜਦ ਵੀ ਮੈਂ ਰਾਗ ਰੰਗ ਮਹਿਫਲਾਂ 'ਚ, ਗੀਤ ਪਾਉਣਗੇ ਤਰਾਨਾ ਮੈਨੂੰ ਰੋਏਗਾ। ਕੁਝ ਇਹੋ ਜਿਹੇ ਲੋਕ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਨੇ ਜਿਹੜੇ ਹਰ ਕਣ ਕਣ ਦੇ ਵਿੱਚ ਲੋਕ ਉਹਨਾਂ ਨੂੰ ਮਹਿਸੂਸ ਕਰਦੇ ਨੇ, ਉਹ ਉਹਨਾਂ ਦੇ ਨਾਲ ਚੱਲਦੇ ਨੇ ਤੇ ਜਦੋਂ ਕਿਸੇ ਜਗ੍ਹਾ ਤੋਂ ਉਹ ਮਿਸ ਹੋ ਜਾਂਦੇ ਨੇ, ਉੱਥੇ ਨਹੀਂ ਪਹੁੰਚ ਪਾਉਂਦੇ ਕਿਸੇ ਕਾਰਨਾਂ ਕਰਕੇ, ਤੇ ਉਹਨਾਂ ਦੀ ਜਿਹੜੀ ਕਮੀ ਹੈ ਸਾਨੂੰ ਖਲਦੀ ਰਹਿੰਦੀ ਹੈ। ਪਰ ਸਾਨੂੰ ਕਮੀ ਬਿਲਕੁਲ ਨਹੀਂ ਖਲ ਰਹੀ ਕਿਉਂਕਿ ਸਾਡੇ ਕੋਲ ਉਹ ਸਟੂਡੀਓ 'ਚ ਪਹੁੰਚੇ ਹੋਏ ਨੇ, ਸਾਡੇ ਕੋਲ ਬੈਠੇ ਨੇ। ਅਸੀਂ ਤੁਹਾਡੇ ਨਾਲ ਮਿਲਵਾਉਂਦੇ ਹਾਂ, ਉਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਮੈਡਮ ਸੀਮਾ ਸੋਨੀ ਜੀ। ਸੀਮਾ ਜੀ ਸਟੂਡੀਓ 'ਚ ਬਹੁਤ ਸਵਾਗਤ ਕਰਦੇ ਆ ਜੀ। ਥੈਂਕ ਯੂ ਜੀ, ਥੈਂਕ ਯੂ। ਔਰ ਬੜਾ ਇੱਕ ਚਾਅ ਦਾ ਮਾਹੌਲ ਹੈ ਅੱਜ ਸਟੂਡੀਓ ਦੇ ਵਿੱਚ, ਸਾਡੇ ਮਨਾਂ ਦੇ ਵਿੱਚ, ਕਿ ਅਸੀਂ ਬਹੁਤ ਦਿਨਾਂ ਤੋਂ ਇਹ ਚੀਜ਼ ਸੋਚ ਰਹੇ ਸੀ ਕਿ ਸਾਡੇ ਕੋਲ ਤੁਸੀਂ ਸਟੂਡੀਓ 'ਚ ਆਓ, ਅਸੀਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਪ੍ਰੋਗਰਾਮ ਜੀ ਆਇਆਂ ਦੇ ਤਹਿਤ ਕਰੀਏ ਤੇ ਸਾਡੇ ਦਰਸ਼ਕ ਤੁਹਾਨੂੰ ਜੀ ਆਇਆਂ ਨੂੰ ਕਹਿਣ ਤੇ ਆਪਾਂ ਰਲ ਮਿਲ ਕੇ ਕੁਝ ਇਹੋ ਜਿਹੀ ਤੁਹਾਡੀ ਜ਼ਿੰਦਗੀ ਦੇ ਪ੍ਰਤੀ ਜਾਣ ਸਕੀਏ, ਜਿਹੜੀਆਂ ਸਾਡੀਆਂ ਮਹਿਲਾਵਾਂ ਨੇ, ਖਾਸ ਕਰਕੇ ਔਰਤਾਂ ਨੇ, ਉਹ ਪ੍ਰੇਰਨਾ ਜਿਹੜੀਆਂ ਉਹ ਲੈ ਸਕਣ। ਸਭ ਤੋਂ ਪਹਿਲਾਂ ਜਿੱਥੇ ਤੁਹਾਡੇ ਸਫ਼ਰ ਜਿਹੜਾ ਬੜਾ ਇੰਟਰਸਟਿੰਗ ਹੈ, ਬੜਾ ਦਿਲਚਸਪ ਹੈ, ਕਿਉਂਕਿ ਵਾਕਫੀਅਤ ਤੁਹਾਡੇ ਨਾਲ 15-16 ਸਾਲ ਪੁਰਾਣੀ ਹੈ ਤੇ ਅਸੀਂ ਪਰ ਚਾਹੁੰਦੇ ਕਿ ਦਰਸ਼ਕ, ਅਸੀਂ ਜਿੱਥੋਂ ਸ਼ੁਰੂਆਤ ਕਰਦੇ ਹਾਂ ਕਿ ਜਦੋਂ ਮੈਰਿਜ ਹੋਈ, ਤਾਂ ਮੈਰਿਜ ਕਦੋਂ ਹੋਈ ਤੇ ਜਦੋਂ ਮੈਰਿਜ ਹੋਈ ਉਦੋਂ ਕੀ ਸੋਚ ਕੇ ਸੀਮਾ ਸੋਨੀ ਜਿਹੜੇ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਦਾਖਲ ਹੋਏ? ਬਿਲਕੁਲ ਜਿੱਦਾਂ ਹੁੰਦਾ ਹੀ ਸੀ ਪਹਿਲੇ ਟਾਈਮ 'ਚ। 19 ਸਾਲ ਦੀ ਏਜ 'ਚ ਮੇਰਾ ਵਿਆਹ ਹੋ ਗਿਆ ਸੀ ਜੀ ਔਰ ਇੱਕ ਜੁਆਇੰਟ ਫੈਮਿਲੀ 'ਚ। ਬਸ ਉਸ ਤੋਂ ਬਾਅਦ ਇਹੀ ਸੀਗਾ ਕਿ ਬਸ ਇਹੀ ਹੁਣ ਦੁਨੀਆ ਖਤਮ, ਬਸ ਹੁਣ ਬੱਚਿਆਂ ਨੂੰ ਵੱਡੇ ਕਰੋ ਔਰ ਇਹੀ ਵਾਲੀ ਜ਼ਿੰਦਗੀ ਜੀਓ। ਬਸ ਬੜਾ ਸੋਚ ਕੇ ਅਜੀਬ ਜਿਹਾ ਮਹਿਸੂਸ ਹੁੰਦਾ ਕਿ 19 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਤੇ ਅੱਜ ਦੇ ਟਾਈਮ ਦੇ ਵਿੱਚ ਜਦੋਂ ਅਸੀਂ 19 ਸਾਲ ਦੀ ਗੱਲ ਕਰਦੇ ਹਾਂ ਤਾਂ ਉਦੋਂ ਲੱਗਦਾ ਕਿ ਜ਼ਿੰਦਗੀ ਅਜੇ ਸ਼ੁਰੂ ਹੀ ਹੋਈ ਹੈ ਸਾਡੀ। ਅਜੇ ਪੜ੍ਹਦਾ ਹੈ ਬੱਚਾ, ਕਾਲਜ ਵਿੱਚ ਦਾਖਲ ਹੁੰਦਾ, ਜਦੋਂ ਲੱਗਾ ਤਾਂ ਨਹੀਂ ਬਹੁਤ ਧੱਕਾ ਹੋ ਗਿਆ ਮੇਰੇ ਨਾਲ, ਬਾਲ ਵਿਵਾਹ ਟਾਈਪ ਜਿੱਦਾਂ ਬੰਦੇ ਨੂੰ ਫੀਲਿੰਗ ਆਉਂਦੀ ਹੈ, ਲੱਗਦਾ ਹੈ। ਜਦੋਂ ਬਾਅਦ 'ਚ ਦੇਖੋ ਨਾ, ਮੁੜ ਕੇ ਜਦੋਂ ਕੰਮ ਕਰਨਾ ਸ਼ੁਰੂ ਕਰ ਦੋ, ਫਿਰ ਲੱਗਦਾ ਯਾਰ ਬਹੁਤ ਟਾਈਮ ਅਸੀਂ ਵੇਸਟ ਕਰ ਲਿਆ, ਬੜੀ ਜਲਦੀ ਵਿਆਹ ਹੋ ਗਿਆ, ਜਦਕਿ ਬਹੁਤ ਕੁਝ ਹੋ ਸਕਦਾ ਸੀ, ਬਹੁਤ ਕੁਝ ਕਰ ਸਕਦੇ ਸੀ ਉਸ ਟਾਈਮ ਤੇ ਜਦੋਂ ਦਾਖਲ ਹੋਏ ਤੁਸੀਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ, ਕੀ ਮਾਹੌਲ ਸੀ ਘਰ ਦਾ? ਕਿੱਦਾਂ ਦਾ ਆਪਣੇ ਮਨ ਦੇ ਵਿੱਚ ਕਿੱਦਾਂ ਦੇ ਵਿਚਾਰ ਸੀਗੇ ਕਿ ਸੀਮਾ ਕੀ ਕਰਨਾ ਚਾਹੁੰਦੀ ਹੈ ਜ਼ਿੰਦਗੀ ਦੇ ਵਿੱਚ ਆ ਕੇ? ਮੈਂ ਸੱਚੀ ਦੱਸਾਂ, ਮੈਂ ਕੁਝ ਨਹੀਂ ਕਰਨਾ ਚਾਹੁੰਦੀ ਸੀ, ਸਿਰਫ ਐਸ਼, ਬਸ ਖਾਇਆ ਪੀਆ, ਬੱਚਿਆਂ ਨੂੰ ਪਾਲੋ, ਹੈ ਨਾ, ਉਹਨਾਂ ਦੇ ਨਾਲ ਆਪਣਾ ਟਾਈਮ ਬਿਤਾਓ, ਬਸ ਇਹੀ ਸੀ। ਕਦੇ ਸੋਚਿਆ ਨਹੀਂ ਸੀ ਨਾ ਕਿ ਮੈਂ ਕੁਝ ਕਰਨਾ ਹੈ ਲਾਈਫ 'ਚ। ਤੇ ਅੱਜ ਦੇ ਜਦੋਂ ਅਸੀਂ ਸੀਮਾ ਸੋਨੀ ਨੂੰ ਦੇਖਦੇ ਹਾਂ ਤਾਂ ਇੰਨੀ ਵੱਡੀ ਜਿਹੜੀ ਚੇਂਜ ਹੈ, ਟਰਾਂਸਫਰਮੇਸ਼ਨ ਹੈ ਸੁਭਾਅ ਦੇ ਵਿੱਚ, ਸ਼ਖਸੀਅਤ ਦੇ ਵਿੱਚ, ਗੱਲਬਾਤ ਦੇ ਵਿੱਚ, ਉਹ ਸਫ਼ਰ ਜਿਹੜਾ ਕਿਵੇਂ ਸ਼ੁਰੂ ਹੋਇਆ? ਇਹਨੂੰ ਕਹਿ ਸਕਦੇ ਹਾਂ ਅਸੀਂ ਕਿ
ਥੋੜਾ ਜਿਹਾ ਆਪਣਾ ਐਫਰਟ ਔਰ ਕੁਝ ਤੁਹਾਡੀ ਸ਼ਾਇਦ ਤਕਦੀਰ 'ਚ ਲਿਖਿਆ ਹੁੰਦਾ ਕਿ ਤੁਸੀਂ ਕੁਝ ਕਰ ਸਕਦੇ ਆ ਬਟ ਐਫਰਟ ਨਹੀਂ ਕਰ ਰਹੇ ਹੁੰਦੇ, ਇਸ ਕਰਕੇ ਤੁਹਾਨੂੰ ਨਹੀਂ ਮਿਲਦਾ, ਜੋ ਮੈਨੂੰ ਲੱਗਦਾ। ਕਿਉਂਕਿ ਜਦ ਮੈਂ ਇੰਨੇ ਸਾਲ ਬਾਅਦ ਸੋਚਿਆ ਕਿ ਮੈਨੂੰ ਕੁਝ ਕਰਨਾ ਚਾਹੀਦਾ, ਉਦੋਂ ਲੱਗਾ ਕਿ ਮੈਂ ਪਹਿਲਾਂ ਕਿਉਂ ਨਹੀਂ ਕੀਤਾ। ਜੇ ਮੈਂ ਹੁਣ ਕਰ ਸਕਦੀ ਸੀ, ਅਗਰ ਮੈਂ ਪਹਿਲਾਂ ਕਰਦੀ ਤਾਂ ਸ਼ਾਇਦ, ਬਟ ਜੋ ਹੁੰਦਾ ਅੱਛੇ ਲਈ ਹੁੰਦਾ। ਪਰ ਤੁਹਾਡੀ ਜ਼ਿੰਦਗੀ ਦੇ ਨਾਲ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਮੈਡਮ ਸੀਮਾ ਸੋਨੀ ਦੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਜਿਹੜੀ ਦਿਲਚਸਪ ਚੀਜ਼ ਹੈ, ਕਿਉਂਕਿ ਅਸੀਂ ਕਹਾਣੀਆਂ ਬਹੁਤ ਸਾਰੀਆਂ ਸੁਣਦੇ ਹਾਂ ਕਿ ਬੰਦੇ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਨਵਾਂ ਪੜਾਅ ਸ਼ੁਰੂ ਕੀਤਾ, ਪਰ ਸਾਡੇ ਕੋਲ ਜਿਉਂਦੀ ਜਾਗਦੀ ਉਦਾਹਰਨ ਮੈਡਮ ਸੀਮਾ ਸੋਨੀ ਬੈਠੇ ਨੇ। ਵਿਆਹ ਦੇ 20 ਸਾਲ ਬਾਅਦ ਜਦੋਂ ਲੋਕ ਆਲਮੋਸਟ ਆਪਣੇ ਆਪ ਨੂੰ ਥੱਕਿਆ ਹਾਰਿਆ ਹੰਭਿਆ ਹੋਇਆ ਮਹਿਸੂਸ ਕਰਦੇ ਆ, ਤੇ 20 ਸਾਲ ਬਾਅਦ ਇੱਕ ਵੱਡੀ ਛਲਾਂਗ ਪੁੱਟਣਾ, ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ, ਉਹ ਸ਼ੁਰੂਆਤ ਕਦੋਂ ਤੇ ਕਿੱਥੋਂ ਸ਼ੁਰੂ ਹੋਈ? ਵਾਕਈ ਜਿਹੜੀ ਸ਼ੁਰੂਆਤ ਹੈ ਉਹ 20 ਸਾਲ ਬਾਅਦ ਸ਼ੁਰੂ ਹੋਈ, ਔਰ ਸ਼ਾਇਦ ਸ਼ੌਂਕ 'ਚ ਹੀ ਹੋ ਗਈ। ਮਤਲਬ ਇਹ ਨਹੀਂ ਸੋਚਿਆ ਸੀ ਕਿ ਮੇਰਾ ਕਰੀਅਰ ਹੋ ਜਾਏਗਾ ਜੀ। ਮੈਂ 20 ਸਾਲ ਕਿਉਂਕਿ ਬਿਲਕੁਲ ਫ੍ਰੀ ਰਹਿਣ ਤੋਂ ਬਾਅਦ ਤੁਸੀਂ ਸੋਚੋ ਕਿ ਮੈਨੂੰ ਬਹੁਤ ਕੁਝ ਮੈਂ ਅਚੀਵ ਕਰ ਲਾਂਗੀ, ਤਾਂ ਪੋਸੀਬਲ ਨਹੀਂ ਹੈ ਇੱਕਦਮ ਸੋਚਣਾ। ਬਾਈ ਚਾਂਸ ਹੈ ਕਿ ਮੈਂ ਯੂਰਪ ਗਈ ਸੀਗੀ, ਔਰ ਉੱਥੇ ਵੀ ਆਪਣੇ ਹਸਬੈਂਡ ਨਾਲ ਇੱਕ ਬੈਟ ਸੀਗੀ ਕਿ ਤੂੰ ਨਹੀਂ ਜਾ ਸਕਦੀ, ਤੂੰ ਆਪਣਾ ਪਾਸਪੋਰਟ ਮੈਨੂੰ 7 ਦਿਨ 'ਚ ਬਣਵਾ ਕੇ ਦਿਖਾ ਦੇ, ਫਿਰ ਤੂੰ ਚਲੀ ਜਾਏਂਗੀ। ਸੋ ਮੈਂ ਕਿਸੇ ਵੀ ਤਰੀਕੇ ਨਾਲ ਦਿਮਾਗ 'ਚ ਆ ਗਿਆ, ਮੈਂ 7 ਦਿਨ 'ਚ ਆਪਣਾ ਪਾਸਪੋਰਟ ਰੈਡੀ ਕਰਵਾ ਲਿਆ। ਉਸ ਤੋਂ ਬਾਅਦ ਫਿਰ ਮੈਂ ਯੂਰਪ ਚਲੀ ਗਈ। ਉੱਥੇ ਸਭ ਲੋਕ ਕੰਮ ਕਰ ਰਹੇ ਹੈ, ਸਾਰੇ ਜਣੇ ਬਿਜ਼ੀ ਹੈ, ਸੋ ਉਹਨਾਂ ਨੂੰ ਵੀ ਲੱਗਦਾ ਸੀ ਕਿ ਤੁਸੀਂ ਇੰਡੀਆ ਕੀ ਕਰਦੇ ਹੋ। ਮੈਂ ਕਹਿੰਦੀ ਸੀ ਕੁਝ ਨਹੀਂ, ਹੈ ਨਾ। ਉਹ ਕਹਿੰਦੇ ਤੁਸੀਂ ਇੰਨੀ ਦੂਰ ਇਕੱਲੇ ਆ ਗਏ, ਤੁਸੀਂ ਉੱਥੇ ਕੁਝ ਨਹੀਂ ਕਰਦੇ। ਉਹ ਕਿਤੇ ਨਾ ਬੈਠ ਗਿਆ ਦਿਮਾਗ 'ਚ ਕਿ ਮੈਨੂੰ ਕੁਝ ਕਰਨਾ ਚਾਹੀਦਾ ਹੈ। ਹਾਲਾਂਕਿ ਬਹੁਤ ਸਾਲ ਹੋ ਗਏ ਸੀਗੇ ਕਿ ਬਿਲਕੁਲ ਫ੍ਰੀ ਰਹਿੰਦਿਆਂ ਨੂੰ, ਬਟ ਫਿਰ ਵੀ ਸੋਚਿਆ ਕਿ ਠੀਕ ਹੈ, ਦੇਖਦੇ ਹਾਂ, ਲੈਟਸ ਟਰਾਈ, ਹੈ ਨਾ। ਜਦੋਂ ਮੈਂ ਵਾਪਸ ਆਈ ਇੰਡੀਆ, ਮੇਰੇ ਕੋਲ ਕੋਈ ਇੱਦਾਂ ਦਾ ਐਕਸਪੀਰੀਅੰਸ ਨਹੀਂ ਸੀਗਾ ਕਿ ਮੈਂ ਸੋਚਾਂ ਕਿ ਮੈਂ ਕਿਤੇ ਜਾ ਕੇ ਜੌਬ ਕਰ ਲੂੰਗੀ ਜਾਂ ਮੈਂ ਕੁਝ ਆਪਣਾ ਕੁਝ ਸ਼ੁਰੂ ਕਰ ਲਾਂਗੀ। ਰੇਡੀਓਜ਼ ਆਏ ਸੀ ਨਏ ਇੰਡੀਆ 'ਚ 2007 ਪੰਜਾਬ 'ਚ ਜਦੋਂ ਰੇਡੀਓਜ਼ ਆਏ, ਮੈਂ ਸੋਚਿਆ ਚਲੋ ਥੋੜਾ ਯੂਥ ਫੈਸਟੀਵਲਸ ਦਾ, ਥੋੜਾ ਸਟੇਜ ਦਾ ਐਕਸਪੀਰੀਅੰਸ ਸੀਗਾ, ਮੈਂ ਟਰਾਈ ਕਰਦੀ ਹਾਂ। ਬਟ ਉਹੀ ਹੋਣਾ ਸੀ, ਮੈਂ ਜਿਸ ਰੇਡੀਓ 'ਚ ਗਈ ਉਹਨਾਂ ਨੇ ਮੈਨੂੰ ਬਾਹਰ ਦਾ ਰਸਤਾ ਦਿਖਾਇਆ। ਅੱਛਾ, ਇੱਥੇ ਮੈਂ ਰੋਕਣਾ ਚਾਹੁੰਦੀ ਹਾਂ ਤੁਹਾਡੀ ਗੱਲ ਦੇ ਉੱਤੇ। ਇਹ ਕੀ ਮੈਂਟੈਲਿਟੀ ਹੈ ਜਦੋਂ ਅਸੀਂ ਆਪਣੀ ਸੁਸਾਇਟੀ ਦੀ ਗੱਲ ਕਰਦੇ ਹਾਂ? ਬੜੀ ਇੱਕ ਬਿਮਾਰ ਜੀ ਮੈਂਟੈਲਿਟੀ ਹੈ, ਸਿੱਖ ਮੈਂਟੈਲਿਟੀ ਹੈ ਸਾਡੀ। ਫੀਮੇਲ ਨੂੰ ਅਸੀਂ ਇਦਾਂ ਕਿਉਂ ਗਿਣਦੇ ਹਾਂ ਡੀਗ੍ਰੇਡ ਕਰਕੇ ਕਿ ਪਤਾ ਨਹੀਂ ਸੰਭਾਲ ਸਕਦੀ ਹੈ ਕਿ ਨਹੀਂ, ਤਜਰਬਾ ਘੱਟ ਹੈ, ਕਿਹੋ ਜਿਹੀਆਂ ਜਿਹੜੀਆਂ, ਕਿਉਂਕਿ ਇਹ ਰਿਜੈਕਸ਼ਨ ਹੋਈ, ਇਹ ਤੁਸੀਂ ਇੱਕ ਗੱਲ ਕੀਤੀ, ਪਰ ਅਸੀਂ ਚਾਹੁੰਦੇ ਕਿ ਦਰਸ਼ਕਾਂ ਨਾਲ ਇਹ ਗੱਲ ਜ਼ਰੂਰ ਕਰੋ ਕਿ ਰਿਜੈਕਸ਼ਨ ਦਾ ਕਾਰਨ ਕੀ ਸੀ? ਰਿਜੈਕਸ਼ਨ ਦਾ ਕਾਰਨ ਇਹ ਸੀ, ਮੇਰੇ ਕੋਲ ਕੋਈ ਐਕਸਪੀਰੀਅੰਸ ਨਹੀਂ ਸੀ। ਮੇਰੀ ਜੋ ਏਜ ਸੀਗੀ, ਉਸ ਏਜ ਤੋਂ ਬਾਅਦ ਲੋਕਾਂ ਨੂੰ ਲੱਗਦਾ ਕਿ ਇਹ ਥੋੜਾ ਜਿਹਾ ਮਤਲਬ ਕੰਫਰਟੇਬਲ ਜ਼ੋਨ 'ਚ ਚਲੇ ਜਾਂਦੇ ਲੋਕ। ਹਾਂ ਬਿਲਕੁਲ, ਉਹਨਾਂ ਨੂੰ ਲੱਗਦਾ ਸੀ ਕਿ ਨਹੀਂ ਕਰ ਪਾਏਗੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਟਾਈਮ ਤੇ ਮੈਨੂੰ ਕੁਝ ਵੀ ਲੈਪਟਾਪ ਤੱਕ ਖੋਲਣਾ ਨਹੀਂ ਆਉਂਦਾ ਸੀ। ਸੋ ਮੇਰੇ ਕੋਲ ਕੋਈ ਡਿਗਰੀ ਨਹੀਂ ਸੀ, ਕੁਝ ਨਹੀਂ ਸੀ। ਸੋ ਉਹ ਵੀ ਆਪਣੀ ਜਗ੍ਹਾ ਤੇ ਸਹੀ ਸੀਗੇ ਜੀ। ਤੇ ਜਦੋਂ ਸੀਮਾ ਸੋਨੀ ਦੀ ਪਹਿਲੀ ਅਪਾਇੰਟਮੈਂਟ ਜਿਹੜੀ ਹੁੰਦੀ ਹੈ ਰੇਡੀਓ ਦੇ ਵਿੱਚ, ਉਹ ਕਿਹੜੇ ਸੰਨ ਦੇ ਵਿੱਚ ਹੁੰਦੀ ਹੈ, ਤੇ ਉਸ ਤੋਂ ਬਾਅਦ ਜਿਹੜਾ ਆਪਣੇ ਆਪ ਨੂੰ ਪ੍ਰੂਵ ਕਰਨ ਦਾ ਜਿਹੜਾ ਸਿਲਸਿਲਾ ਚੱਲਦਾ, ਉਹ ਕਿਵੇਂ ਸ਼ੁਰੂ ਹੁੰਦਾ? ਬਹੁਤ ਲੰਬਾ ਸਿਲਸਿਲਾ ਸੀ ਜੀ। 2007 ਦੇ ਵਿੱਚ ਹੀ ਜਦੋਂ ਮੈਂ ਸਭ ਰੇਡੀਓਸ ਕੋਲ ਜਾਂਦੀ ਸੀ ਕਿ ਮੈਨੂੰ ਚਲੋ ਮੈਨੂੰ ਜੌਬ ਨਹੀਂ ਚਾਹੀਦਾ, ਮੈਨੂੰ ਸਿਖਾ ਦਿਓ ਕਿ ਰੇਡੀਓ ਚੱਲਦਾ ਕਿੱਦਾਂ ਹੈ। ਬਹੁਤ ਮੈਨੂੰ ਨਾ ਉਹਦੇ 'ਚ ਕਿਉਰਿਓਸਿਟੀ ਸੀਗੀ ਕਿ ਮੈਂ ਰੇਡੀਓ ਦੇਖਾਂ ਕਿੱਦਾਂ ਕੰਮ ਕਰਦੇ ਆ, ਜੌਕੀਜ਼ ਕਿੱਦਾਂ ਬੋਲਦੇ ਆ। ਬਟ ਸਾਰੇ ਰੇਡੀਓਜ਼ ਦਾ ਇੱਕ ਹੀ ਜਵਾਬ ਸੀ ਕਿ ਸੌਰੀ, ਜਦੋਂ ਜ਼ਰੂਰਤ ਹੋਏਗੀ ਤੁਹਾਨੂੰ ਕਾਲ ਕਰ ਦਾਂਗੇ। ਬਾਈ ਚਾਂਸ ਜਦੋਂ ਮੈਂ ਇੰਨਾ ਪਿੱਛੇ ਪਈ ਰਹੀ ਤੇ ਇੱਕ ਰੇਡੀਓ ਤੋਂ ਮੈਨੂੰ ਕਾਲ ਆ ਗਿਆ ਕਿ ਠੀਕ ਹੈ, ਇੰਟਰਨਸ਼ਿਪ ਲਈ ਤੁਸੀਂ ਆ ਜਾਓ। ਸੋ ਮੇਰੀ ਇੰਟਰਨਸ਼ਿਪ ਸ਼ੁਰੂ ਹੋਈ। ਓਕੇ, ਜੋ ਪਹਿਲਾ ਸਫ਼ਰ ਜਿਹੜਾ ਤੁਹਾਡਾ ਟ੍ਰੇਨਿੰਗ ਐਜ਼ ਅ ਟ੍ਰੇਨਿੰਗ। ਜਿਹਦੇ 'ਚ ਕਿ ਮੈਂ ਦੱਸਿਆ ਹੀ ਹੈ ਕਿ ਮੈਂ ਮਤਲਬ ਟਾਈਪ ਕਰਨਾ ਕੁਝ ਨਹੀਂ ਮੈਨੂੰ ਆਉਂਦਾ ਸੀ, ਬਟ ਹਾਂ ਮੈਨੂੰ ਇਹ ਸੀ ਕਿ ਮੈਨੂੰ ਸ਼ੁਰੂ 'ਚ ਨਾ ਇੱਕ ਆਦਤ ਹੈ ਕਿ ਮੈਨੂੰ ਕੁਝ ਵੀ ਸਿੱਖਣਾ ਹੁੰਦਾ ਨਾ, ਮੈਂ ਦੂਸਰੇ ਬੰਦੇ ਦੇ ਪਿੱਛੇ ਪੈ ਜਾਂਦੀ ਕਿ ਮੈਨੂੰ ਸਿਖਾ ਦਿਓ। ਜਿੱਦਾਂ ਮੈਂ ਅਗਰ ਆਪਣੀ ਸੀਟ ਤੇ ਬੈਠੀ ਹਾਂ, ਮੇਰੇ ਨਾਲ ਕੋਈ ਮੇਰੇ ਕੁਲੀਗ ਹੈ, ਤੇ ਅਗਰ ਉਹਨਾਂ ਨੂੰ ਆਉਂਦਾ, ਮੈਨੂੰ ਨਹੀਂ ਆਉਂਦਾ, ਤੇ ਮੈਂ ਸਿੱਖ ਕੇ ਛੱਡਣਾ। ਬਿਲਕੁਲ। ਔਰ ਇਹ ਪਰਸਨੈਲਿਟੀ ਦਾ ਸੀਮਾ ਮੈਮ ਬਹੁਤ ਇੱਕ ਵੱਡਾ ਪਹਿਲੂ ਹੈ। ਬਹੁਤ ਘੱਟ ਲੋਕ ਸ਼ਾਇਦ ਇਹਨੂੰ ਅਪਣਾ ਪਾਉਂਦੇ ਆ ਕਿ ਅਗਰ ਤੁਹਾਨੂੰ ਕੁਝ ਨਹੀਂ ਆਉਂਦਾ, ਤੁਸੀਂ ਸਾਹਮਣੇ ਵਾਲੇ ਬੰਦੇ ਕੋਲ ਜਾਂਦੇ ਹੋ ਕਿ ਮੈਨੂੰ ਸਿਖਾ ਦਿੱਤਾ ਜਾਵੇ, ਚਾਹੇ ਉਹਦੇ 'ਚ ਉਮਰ ਦਾ ਵਕਫਾ ਨਹੀਂ ਹੈ। ਐਜ਼ ਅ ਫੀਮੇਲ ਜਦੋਂ ਤੁਸੀਂ ਕਿਸੇ ਕੋਲ ਸਿੱਖਣ ਜਾਂਦੇ ਸੀਗੇ, ਕਿੱਦਾਂ ਦਾ ਸਪੋਰਟ ਸੀਗਾ ਟੀਮ ਦੇ ਵਿੱਚ? ਕਿੱਦਾਂ ਦੀਆਂ ਤੁਹਾਨੂੰ ਕੁਝ ਚੁਣੌਤੀਆਂ ਜਾਂ ਚੈਲੰਜਿਸ ਜਿਹੜੇ ਉਹਨਾਂ ਦਾ ਵੀ ਸਾਹਮਣਾ ਕਰਨਾ ਪਿਆ? ਹਾਂ ਬਿਲਕੁਲ ਕਰਨਾ ਪਿਆ, ਕਿਉਂਕਿ ਜਦੋਂ ਮੈਂ ਰਿਪੋਰਟ ਬਣਾਉਂਦੀ ਸੀ, ਮੈਂ ਆਪਣਾ ਪੈਨ ਔਰ ਪੇਪਰ ਨਾਲ ਲਿਖਦੀ ਸੀ, ਤੇ ਜਿਹੜੇ ਬੌਸ ਸੀ ਉਹ ਕਹਿੰਦੇ ਸੀ ਨਹੀਂ ਇਹਨੂੰ ਟਾਈਪ ਕਰਕੇ ਲਿਆਓ। ਹੁਣ ਮੈਨੂੰ ਟਾਈਪ ਕਰਨਾ ਨਹੀਂ ਆ ਰਿਹਾ। ਮੈਂ ਆਪਣੇ ਆਸ-ਪਾਸ ਪੁੱਛ ਰਹੀ ਹਾਂ, ਠੀਕ ਹੈ, ਇਹਨੂੰ ਟਾਈਪ ਕਿੱਦਾਂ ਕਰਨਾ, ਹੁਣ ਨੈਕਸਟ ਲਾਈਨ ਤੇ ਕਿੱਦਾਂ ਜਾਣਾ, ਉਹਨਾਂ ਨੇ ਕਹਿਣਾ ਐਂਟਰ ਮਾਰ। ਸੋ ਬਹੁਤ ABCD ਸਿੱਖੀ ਸਾਰੀ। ਹਾਂ, ਵਧੀਆ ਯਾਦਾਂ ਆ ਵਾਲੀਆਂ ਮੇਰੀਆਂ, ਕਿਉਂਕਿ ਪਰ ਮੈਂ ਸਿੱਖਿਆ। ਉਸ ਤੋਂ ਬਾਅਦ ਫਿਰ ਮੇਰਾ ਸਫ਼ਰ ਜਿਹੜਾ ਸੀਗਾ, ਉਹਦੇ 'ਚ ਪੂਰੀਆਂ ਮੇਲਸ ਲਿਖਣੀਆਂ ਉਹਨਾਂ ਨੂੰ, ਹੈ ਨਾ, ਉਹ ਸਭ ਕੁਝ ਚੱਲਦਾ ਰਿਹਾ। ਇੱਕ ਸਾਡੀ ਸ਼ਖਸੀਅਤ ਦੀ ਜਿਹੜੀ ਹੋਰ ਪਹਿਲੂ ਹੈ, ਜੇ ਤੋਂ ਮੈਂ ਬਹੁਤ ਪਰਸਨਲੀ ਵਾਕਿਫ ਹਾਂ, ਕਿਉਂਕਿ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਸੀਮਾ ਸੋਨੀ ਦੇ ਨਾਲ ਜਿਹੜਾ ਸਾਂਝ ਹੈ ਰਿਸ਼ਤੇ ਦੀ, ਉਹ ਤਕਰੀਬਨ 16-17 ਸਾਲ ਪੁਰਾਣੀ ਹੈ। ਤੇ ਮੇਰੀ ਪਹਿਲੀ ਯਾਦਗਾਰੀ ਤੁਹਾਡੇ ਨਾਲ
ਜਿਹੜਾ ਟ੍ਰਿਪ ਸੀਗਾ ਉਹ ਮੈਕਲੋਡਗੰਜ ਦਾ ਸੀਗਾ ਜਿੱਥੇ ਤੁਸੀਂ ਟੀਮ ਦੇ ਨਾਲ ਗਏ ਸੀਗੇ ਜੀ ਜੀ ਟੀਮ ਨੂੰ ਕਿਵੇਂ ਟੀਮ ਬਣਾ ਕੇ ਚੱਲਣਾ ਕਿੱਦਾਂ ਉਹਨੂੰ ਟੀਮ ਬਣਾ ਕੇ ਨਾਲ ਲੈ ਕੇ ਤੁਰਨਾ ਕਿਵੇਂ ਉਹਨਾਂ ਕੋਲੋਂ ਕੰਮ ਕਰਾਉਣੇ ਆ ਤੇ ਇੱਕ ਬੌਸ ਹੋਣ ਦੇ ਨਾਤੇ ਤੇ ਕੁਲੀਗ ਨਾਲ ਦੀ ਨਾਲ ਕੁਲੀਗ ਬਣ ਕੇ ਕਿੱਦਾਂ ਉਹਨਾਂ ਨੂੰ ਗਾਈਡ ਕਰਨਾ ਇਹ ਮੈਨੂੰ ਲੱਗਦਾ ਕਿ ਬਹੁਤ ਖੂਬਸੂਰਤ ਇੱਕ ਉਦਾਹਰਣ ਹੈ ਤੁਹਾਡੀ ਸੋ ਉਹ ਲੋਕ ਜਿਹੜੇ ਕਿਸੇ ਵੀ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਟੀਮ ਦੇ ਵਿੱਚ ਕੰਮ ਰਹਿ ਕੇ ਕੰਮ ਨਹੀਂ ਕਰਦੇ ਉਹਨਾਂ ਨੂੰ ਸੀਮਾ ਮੈਮ ਗੱਲ ਅਸੀਂ ਜ਼ਰੂਰ ਕਰਨਾ ਚਾਹੁੰਦੇ ਕਿ ਇੱਕ ਟੀਮ ਨੂੰ ਕਿਵੇਂ ਇਕੱਠਾ ਕੀਤਾ ਜਾਵੇ ਉਹਨੂੰ ਕਿਵੇਂ ਨਾਲ ਲੈ ਕੇ ਚੱਲਿਆ ਜਾਂਦਾ ਹੈ एक तो कोई भी टीम जो है वो बॉस बन के हैंडल नहीं होती जो मेरा एक्सपीरियंस है ना मेरी फैमिली है मैं अपने घर तो ज़्यादा टाइम जो है वो मैं अपने ऑफिस से निकालती हैं सो मैं कहनी हुन्नी माई सैकेंड होम है ना मेरे कई बार बच्चे कहते होंगे सैटरडे संडे घर आ जाया करो ना उत्थे ही रह लो सो वो मेरी एक फैमिली है उन्हां नाल इदां दी बॉन्डिंग है कि मैं उन्हां दी बॉस नहीं है हाँ सो मैंने लगता है कि फैमिली मैंबर तो कम लेना ईजी है बजाय कि एक बॉस बन के ना और कई बार मैंने लगता है कि मान लो मेरे किसी उन्हें टीम ने कहता कि नहीं मैम मैं उत्थे नहीं जाना सो मैं इदां नहीं कहती कि नहीं यू हैव टू गो देयर मैं उत्थे क्या ओके तू नहीं जा सकता ना ठीक है मैं कल्ली चल जाऊंगी बस इन्ना ही बहुत हुंदा नहीं 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 तुसीं किद्दां चल जाओगे ਅਸੀਂ ਵੀ ਚੱਲਦੇ ਹਾਂ ਨਾਲ ਇਹ ਹੋਈ ਤੁਹਾਡੀ ਸੈਕਿੰਡ ਹੋਮ ਦੀ ਗੱਲ ਤੇ ਅਸੀਂ ਹੁਣ ਦੁਬਾਰਾ ਫਸਟ ਹੋਮ ਤੇ ਤੁਹਾਡੇ ਤੇ ਆਉਂਦੇ ਆ ਘਰ ਦਾ ਜਿਹੜਾ ਮਾਹੌਲ ਹੈ ਬਹੁਤ ਮਹੱਤਵਪੂਰਨ ਹੈ ਕਿ ਜਦੋਂ ਅਸੀਂ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਖਾਸ ਕਰਕੇ ਫੀਮੇਲ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਉਦੋਂ ਕਿਦਾਂ ਦੀ ਸਪੋਰਟ ਰਹੀ ਜਦੋਂ ਤੁਹਾਡੀ ਫਸਟ ਇੰਟਰਨ ਜਦੀ ਜੁਆਇਨਿੰਗ ਹੋਈ ਤਾਂ ਆਬਵੀਅਸਲੀ ਘਰ ਚੋਂ ਇੱਕ ਰਿਐਕਸ਼ਨ ਆਇਆ ਹੋਵੇਗਾ ਕਿ ਤੁਸੀਂ ਹੁਣ ਇਸ ਉਮਰ 'ਚ ਜਾ ਕੇ ਟ੍ਰੇਨਿੰਗ ਕਰਨੀ ਹੈ ਉਹ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਮੇਰੇ ਘਰਦਿਆਂ ਨੇ ਸੁਣ ਕੇ ਕਹਿਣਾ ਕਿ ਇਹ ਹਰ ਵਾਰ ਇਹੀ ਬੋਲਦੀ ਹੈ ਕਿ ਮੈਨੂੰ ਸਪੋਰਟ ਨਹੀਂ ਸੀ ਉਹਨਾਂ ਨੂੰ ਲੱਗਦਾ ਸੀ ਐਜ਼ ਜਦੋਂ ਮਤਲਬ ਮੈਨੂੰ ਆਫਰ ਹੋਇਆ ਸੀ ਜੌਬ ਦਾ ਉਹ ਐਗਜ਼ੀਕਿਊਟਿਵ ਸੀ ਹੈਨਾ ਉਹ ਵੀ ਸੇਲਸ ਮਾਰਕੀਟਿੰਗ ਜਿਹਦਾ ਮੈਨੂੰ ABC ਵੀ ਨਹੀਂ ਪਤਾ ਤੇ ਘਰਦਿਆਂ ਨੂੰ ਲੱਗਣਾ ਹੀ ਸੀ ਕਿ ਤੂੰ ਮਾਰਕੀਟਿੰਗ 'ਚ ਜਾਏਂਗੀ ਸੇਲਸ ਵਿੱਚ ਜਾਏਂਗੀ ਹੈ ਨਾ ਸੋ ਇੰਨਾ ਸਪੋਰਟ ਨਹੀਂ ਸੀ ਬਟ ਹਾਂ ਜਦੋਂ ਮੈਂ 2 ਸਾਲ ਕੰਮ ਕਰਨ ਤੋਂ ਬਾਅਦ ਜਿਸ ਦਿਨ ਮੈਂ ਸਟੇਸ਼ਨ ਹੈਡ ਦੀ ਚੇਅਰ ਤੇ ਬੈਠੀ ਸੀ ਉਸ ਦਿਨ ਮੇਰੀ ਫੈਮਿਲੀ हैप्पी सी जी और स्टेशन हेड की जी चेयर तो बाद का जो सफ़र है दर्शकों दस दे कि सीमा सोनी ने मुड़ के नहीं देखा उस तो बाद अगे दे अगे सफ़र जो चलता रहा ਜਦੋਂ ਅਸੀਂ ਕੰਮ ਕਰਦੇ ਆ ਐਜ਼ ਅ ਹੈਡ ਐਜ਼ ਅ ਸਟੇਸ਼ਨ ਹੈਡ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਇੱਕ ਮੈਂ ਆ ਜਾਂਦੀ ਹੈ ਕਿ ਮੈਂ ਮੇਰੇ ਕੋਲ ਚੇਅਰ ਹੈ ਮੇਰੇ ਕੋਲ ਪਾਵਰ ਹੈ ਸੋ ਮੈਂ ਇੱਥੇ ਇਸ ਚੀਜ਼ ਨੂੰ ਇੰਜੋਏ ਕਰਾਂਗਾ ਪਰ ਜਦੋਂ ਅਸੀਂ ਤੁਹਾਡੇ ਸਫ਼ਰ ਤੇ ਝਾਤ ਮਾਰਦੇ ਆ ਕਿਉਂਕਿ ਅੱਗੇ ਰੇਡੀਓ ਅਸੀਂ ਸਿਰਫ ਸੁਣਦੇ ਹੁੰਦੇ ਸੀ ਹੁਣ ਤਾਂ ਟੈਕਨੋਲੋਜੀ ਇੰਨੀ ਆ ਗਈ ਸੋਸ਼ਲ ਮੀਡੀਆ ਆ ਗਿਆ ਅਸੀਂ ਰੇਡੀਓ ਨੂੰ ਦੇਖਦੇ ਆ ਸੋ ਅਸੀਂ ਸੀਮਾ ਸੋਨੀ ਜੀ ਨੂੰ ਬਹੁਤ ਸਾਰੇ ਵੱਖ-ਵੱਖ ਕਿਰਦਾਰਾਂ ਦੇ ਵਿੱਚ ਵੀ ਦੇਖਦੇ ਆ ਰੇਡੀਓ ਦੇ ਉਹ ਕਿੱਥੋਂ ਮਨ ਦੇ ਵਿੱਚ ਚੀਜ਼ਾਂ ਆਈਆਂ ਕਿ ਨਹੀਂ ਮੈਂ ਇੱਕ ਹੈਡ ਦੀ ਚੇਅਰ ਜਿਹੜੀ ਉਹਨੂੰ ਇੰਜੋਏ ਨਹੀਂ ਕਰਨਾ ਟੀਮ ਦੇ ਨਾਲ ਇਨਵੋਲਵ ਵੀ ਹੋਣਾ ਹੈ ਤੇ ਉਹ ਕਿੱਥੋਂ ਚੀਜ਼ਾਂ ਇਦਾਂ ਦੀਆਂ ਤੁਹਾਡੇ ਮਾਈਂਡ ਦੇ ਵਿੱਚ ਆਈਡੀਆਜ਼ ਜਿਹੜੇ ਆਏ ਖਾਸ ਕਰਕੇ ਪਿੰਕੀ ਦਾ ਜਿਹੜਾ ਕਰੈਕਟਰ ਹੈ ਤੁਸੀਂ ਨਿਭਾਉਂਦੇ ਹੋ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਹੈ ਕਿ ਮੈਂ ਜਦੋਂ ਰੇਡੀਓ ਵੱਲ ਇੰਨਾ ਜ਼ਿਆਦਾ ਫੈਸੀਨੇਟਡ ਸੀਗੀ ਉਹ ਆਰਜੇਜ਼ ਉਹਨਾਂ ਦੇ ਪ੍ਰੋਗਰਾਮਸ ਹੈ ਨਾ ਉਹਨਾਂ ਤੋਂ ਸੀ ਖੈਰ ਮੈਂ ਆਰਜੇ ਨਹੀਂ ਬਣੀ ਕਦੇ ਵੀ मेरी लाइन थोड़ी डिफरेंट हो गई क्योंकि मैनू प्रोग्रामिंग च नहीं मिलिया सी मैनू जिहड़ी मेरे लिए जिहड़ी ओपनिंग सीगी वो सीगी उहदे च मार्केटिंग च और सेल्स च सो मार्केटिंग सेल्स विच तुसी एक प्रोडक्ट नू बेचना है ना उहदे च मेरा कोई मेरी आवाज़ जाना ਉਹ ਇੱਕ ਸ਼ੌਕ ਜਿਹੜਾ ਸੀ ਨਾ ਉਹ ਕਿਤੇ ਦਿਮਾਗ 'ਚ ਸੀਗਾ ਕਿ ਮੈਂ ਪ੍ਰੋਗਰਾਮਿੰਗ ਕਰਨਾ ਚਾਹੁੰਦੀ ਸੀ ਜਦੋਂ ਮੈਂ ਸਟੇਸ਼ਨ ਹੈਡ ਬਣੀ ਉਦੋਂ ਵੀ ਮੈਂ ਆਪਣੀ ਸਾਰੀ ਟੀਮ ਨੂੰ ਆਪਣੀ ਚੇਅਰ ਦੇ ਆਸ-ਪਾਸ ਖੜੇ ਕਰਕੇ ਇਹ ਕਿਹਾ ਸੀ ਕਿ ਇਸ ਚੇਅਰ ਤੇ ਮੈਂ ਇਸ ਲਈ ਬੈਠੀ ਹਾਂ ਕਿਉਂਕਿ ਤੁਸੀਂ ਮੇਰੇ ਨਾਲ ਖੜੇ ਆ क्योंकि इकल्ला बंदा मेरे हिसाब से कुछ नहीं कर सकता ना जब तक जे थोड़ी टीम थोड़े नाल है तुसी मिल के कुछ कर सकते हैं सीमा सोनी कल्ली कुछ नहीं कर सकती कदे भी सो बहुत अच्छा साडा एक टीम वर्क चलदा सीगा असी बहुत अच्छा काम भी किया असी बहुत सारे तुहानू पता ही है टूर्स ट्रिप्स सब कुछ असी प्लान करते सी एंड जिहड़ा एक करैक्टर मेरे अंदर घुमदा सीगा कि मैं कुछ ना कुछ अपनी आवाज़ दे नाल भी कुछ करना चाहती हाँ या ऑन स्क्रीन भी सो सेल्स विच वो मौका नहीं मिला बट मैं एक बारी जॉब छोड़ता सी 2011 च मैनू कोई सट लगी सी ते मैं उस तो बाद फिर यूरोप चली गई सी ਜਦੋਂ मैं वापस फ्रैश होके आई उस तो बाद मैं अपना चेंज कर लिता कि मैं हुण प्रोग्रामिंग च जाना सो उन्होंने भी मैंने कहा कि सेल्स तो बाद तुसी प्रोग्रामिंग च क्यों आना चाहते हो किस तरीके मैं कि इस तो पहला मैं घर रोटियां बनाती सी तां मैं सेल्स भी की सो प्रोग्रामिंग भी मैं सीख लूँगी है ना सो प्रोग्रामिंग च जदों मैं आ गई फिर मेरे कोल ही सी सारा कुछ इहदा फिर हौली 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 थोड़ा जिहा कंटेंट अपना मैं कुछ लिखा फिर वो लिखण तो बाद फिर उहदा करैक्टर बनाया हैप्पी ते पिंकी जिहदी तुसीं गल कर रहे हैं सो एक कुकरी शो है साडा सिटी की रसोई जिहदे च
ਸੋ ਮੈਨੂੰ ਬਹੁਤ ਸ਼ੌਕ ਹੈ ਵਾਲਾ। ਇੱਕ ਸਿਮਾ ਮੈਮ ਤੁਹਾਡੇ ਜਿਹੜਾ ਸਿਰਸੇਰਾ ਜਾਂਦਾ ਹੈ ਜਲੰਧਰ ਦੇ ਵਿੱਚ ਇੱਕ ਜਾਗਰੂਕਤਾ ਲਿਆਉਣ ਦਾ ਮਿਸਟਰ ਬਿਨ, ਸਿਟੀ ਦਾ ਮਿਸਟਰ ਬਿਨ, ਅਸੀਂ ਜਦੋਂ ਸ਼ਹਿਰ ਜਲੰਧਰ ਦੀ ਗੱਲ ਕਰਦੇ ਹਾਂ ਤਾਂ ਸ਼ਾਇਦ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਆਇਡੈਂਟੀਟੀ ਬਣ ਚੁੱਕਾ ਜਲੰਧਰ ਦੀ। ਉਹ ਕਿਸ ਤਰ੍ਹਾਂ ਉਹ ਮੁਹਿੰਮ ਦੀ ਸ਼ੁਰੂਆਤ ਕੀਤੀ? ਕਿਉਂਕਿ ਜਦੋਂ ਬਹੁਤ ਸਾਰੇ ਅਸੀਂ ਰੇਡੀਓਜ਼ ਦੀ ਖਾਸ ਕਰਕੇ ਗੱਲ ਕਰਦੇ ਹਾਂ ਜਾਂ ਐਜ਼ ਅ ਫੀਮੇਲ ਗੱਲ ਕਰਦੇ ਹਾਂ, ਅਸੀਂ ਇੱਕ ਕੰਫਰਟੇਬਲ ਜ਼ੋਨ 'ਚ ਰਹਿਣਾ ਚਾਹੁੰਦੇ ਹਾਂ ਕਿ ਮੈਂ ਇਸ ਤੋਂ ਬਾਹਰ ਜਾ ਕੇ ਕੰਮ ਨਹੀਂ ਕਰਨਾ, ਮੈਨੂੰ ਸੈਲਰੀ ਆ ਰਹੀ ਹੈ, ਮੈਨੂੰ ਮੇਰੇ ਕੰਮ ਦੇ ਪੈਸੇ ਮਿਲ ਰਹੇ, ਮੈਨੂੰ ਆਊਟ ਆਫ ਦਾ ਵੇ ਜਾ ਕੇ ਕੁਝ ਵੀ ਕੰਟਰੀਬਿਊਟ ਕਰਨ ਦੀ ਲੋੜ ਨਹੀਂ। ਜਦ ਕਿ ਅਸੀਂ ਸੋਸ਼ਲੀ ਗੱਲ ਕਰੀਏ ਤਾਂ ਉਹ ਬਹੁਤ ਵੱਡਾ ਇੱਕ ਕੰਟਰੀਬਿਊਸ਼ਨ ਸੀ ਸੋਸ਼ਲੀ। ਮਿਸਟਰ ਬਿਨ ਦਾ ਜਿਹੜਾ ਆਈਡੀਆ ਉਹ ਕਿੱਦਾਂ ਕਲਿੱਕ ਹੋਇਆ, ਕਿਸ ਤਰ੍ਹਾਂ ਉਹਨੂੰ ਇੰਪਲੀਮੈਂਟੇਸ਼ਨ ਕੀਤਾ ਗਿਆ? ਕਿਉਂਕਿ ਸਾਡੀ ਨਾ ਕਾਰਪੋਰੇਸ਼ਨ ਦੇ ਨਾਲ ਗੱਲ ਹੋ ਰਹੀ ਸੀ ਕਿ ਕੁਝ ਡੀਲ ਨੂੰ ਲੈ ਕੇ, ਸੋ ਉਹਨਾਂ ਨੇ ਕਿਹਾ ਕਿ ਕੁਝ ਡਿਫਰੈਂਟ ਆਈਡੀਆਜ਼ ਅਗਰ ਤੁਸੀਂ ਕੁਝ ਪਲਾਨ ਕਰ ਸਕੋ, ਹੈ ਨਾ। ਤੇ ਸਾਡੀ ਸਾਰੀ ਟੀਮ ਬੈਠੀ, ਅਸੀਂ ਸੋਚਿਆ ਇਹਦੇ ਉੱਪਰ ਕੀ ਸੋਚੀਏ, ਕਦੀ ਕੂੜਾ ਮੈਨ, ਕਦੀ ਕਚਰਾ ਮੈਨ। ਸੋਚਦੇ ਸੋਚਦੇ ਮੇਰੇ ਦਿਮਾਗ 'ਚ ਆਇਆ ਕਿ ਕਿਉਂ ਨਾ ਅਸੀਂ ਇਹਨੂੰ ਮਿਸਟਰ ਬਿਨ ਰੱਖ ਲਈਏ। ਬਟ ਮਿਸਟਰ ਬਿਨ ਨੂੰ ਫਿਰ ਸੋਚਿਆ ਕਿ ਮਿਸਟਰ ਬਿਨ ਦੱਸੇਗਾ ਕਿੱਦਾਂ। ਫਿਰ ਉਹਦੀ ਡਰੈਸ ਡਿਜ਼ਾਈਨ ਕੀਤੀ ਬਲੂ ਐਂਡ ਗ੍ਰੀਨ, ਮਤਲਬ ਉਹਨੇ ਅਗਰ ਤੁਸੀਂ ਦੇਖੋ ਮਿਸਟਰ ਬਿਨ ਨੇ ਡਰੈਸ ਜਿਹੜੀ ਪਾਈ ਹੋਈ ਹੈ ਸਾਰੀ ਸਿਟੀ ਦੇ ਵਿੱਚ ਉਹਦੇ ਹੋਰਡਿੰਗਸ ਲੱਗੇ ਹੋਏ ਹੈ ਨਾ। ਸੋ ਉਹਦੀ ਇਸ ਤਰ੍ਹਾਂ ਡਰੈਸ ਹੈ, ਇਹ ਸਾਈਡ ਗ੍ਰੀਨ ਇੱਧਰ ਬਲੂ। ਸੋ ਉਹ ਸੈਗਰੀਗੇਸ਼ਨ ਨੂੰ ਪੂਰਾ ਉਹ ਦੱਸਦੀ ਹੈ ਡਰੈਸ ਕਿ ਸੈਗਰੀਗੇਸ਼ਨ ਕਿੱਦਾਂ ਕਰਨਾ। ਸੋ ਇਸ ਤਰੀਕੇ ਨਾਲ, ਕਿਉਂਕਿ ਇਹ ਚੀਜ਼ਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੱਕ ਸ਼ਖਸੀਅਤ ਦਾ ਉਸ ਸਮੇਂ ਜਿਹੜਾ ਰਲ ਮਿਲ ਕੇ ਇਦਾਂ ਦਾ ਕਿ ਵਿਕਾਸ ਸਮਾਜ ਦੇ ਲਈ ਜਿਹੜਾ ਬਣਦਾ ਹੈ ਤੇ ਉਹ ਸਮਾਜ ਦੇ ਲਈ ਜਿਹੜਾ ਐਡਾ ਵੱਡਾ ਕੰਟਰੀਬਿਊਸ਼ਨ ਦਿੰਦਾ ਹੈ ਕਿ ਸਾਨੂੰ ਸਾਰਿਆਂ ਨੂੰ ਮਾਰਗਦਰਸ਼ਨ ਜਿਹੜਾ ਕਰਦਾ। ਸੋ ਸੀਮਾ ਸੋਨੀ ਜੀ ਦੇ ਲਾਈਫ ਦੇ ਜਿੱਥੇ ਵੱਖ-ਵੱਖ ਪਹਿਲੂ ਨੇ, ਪ੍ਰੋਫੈਸ਼ਨਲੀ ਗੱਲ ਕਰਦੇ ਆ, ਪਰਸਨਲੀ ਗੱਲ ਕਰਦੇ, ਇੱਕ ਹੋਰ ਇਹਨਾਂ ਦੀ ਲਾਈਫ ਦਾ ਜਿਹੜਾ ਗੁਜ਼ਰਿਆ ਹੋਇਆ ਪਹਿਲੂ ਇਹ ਹੈ ਕਿ ਟਰੈਵਲ ਨੂੰ ਲੈ ਕੇ ਇਹਨਾਂ ਦਾ ਪੈਸ਼ਨ ਬਹੁਤ ਵੱਡਾ, ਪਰ ਉਹ ਪੈਸ਼ਨ ਵੀ ਖਾਸ ਹੈ। ਉਸ ਬਾਰੇ ਗੱਲਬਾਤ ਅਸੀਂ ਕਰਾਂਗੇ ਪਰ ਛੋਟੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਉਸ ਤੋਂ ਬਾਅਦ ਦੁਬਾਰਾ ਇੱਕ ਵਾਰੀ ਮਿਲਾਂਗੇ, ਗੱਲਬਾਤ ਜਾਰੀ ਰਹੇਗੀ ਸੀਮਾ ਸੋਨੀ ਜੀ ਦੇ ਨਾਲ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ब्रेक तो बाद एक बार फिर हाजिर है प्रोग्राम जी आया ਨੂੰ ਲੈ ਕੇ ਮੈਡਮ ਸੀਮਾ ਸੋਨੀ ਜੀ ਮੇਰੇ ਨਾਲ ਨੇ। ਸੋ ਗੱਲਬਾਤ ਜਿਹੜੀ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਚੱਲ ਰਹੀ ਹੈ, ਨਾਲ ਹੀ ਚਰਚਾ ਚੱਲ ਰਹੀ ਹੈ ਉਹਨਾਂ ਦੇ ਪ੍ਰੋਫੈਸ਼ਨਲ ਖੇਤਰ ਬਾਰੇ ਔਰ ਕੀ ਉਹਨਾਂ ਦੀਆਂ ਉਪਲਬਧੀਆਂ ਨੇ, ਕਿੰਨਾ ਸਾਨੂੰ ਉਹ ਐਜ਼ ਅ ਰੋਲ ਮਾਡਲ ਉਹ ਗਾਈਡ ਕਰ ਰਹੇ ਨੇ। ਟੂਰ ਐਂਡ ਟਰੈਵਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਇੱਕ ਅਲੱਗ ਜਿਹੀ ਦੁਨੀਆ 'ਚ ਸਾਨੂੰ ਉਹ ਲੈ ਕੇ ਜਾਂਦੀ ਹੈ, ਪਰ ਨਾਲ ਦੀ ਨਾਲ ਸਾਨੂੰ ਇੱਦਾਂ ਲੱਗਦਾ ਕਿ ਇਹ ਤਾਂ ਇਮੀਗ੍ਰੇਸ਼ਨ ਦਾ ਕੰਮ ਹੈ। ਪਰ ਇੱਕ ਬੰਦਾ ਜਿਹੜਾ ਪੈਸ਼ਨ ਰੱਖਦਾ, ਜਦੋਂ ਟਰੈਵਲ ਦੀ ਅਸੀਂ ਗੱਲ ਕਰਦੇ ਉਹ ਬੰਦਾ ਗਰੁੱਪ ਇਕੱਠਾ ਕਰਦਾ ਪਹਿਲਾਂ ਕਿ ਮੇਰੇ ਕੋਲ 8-10 ਲੋਕ ਹੋਣ, ਬੈਕਪੈਕ ਵੱਡਾ ਕੀਤਾ ਜਾਏ ਔਰ ਸਾਰੇ ਅਸੀਂ ਇਕੱਠੇ ਨਿਕਲੀਏ। ਪਰ ਜਦੋਂ ਗੱਲ ਤੁਰਦੀ ਹੈ ਸੀਮਾ ਸੋਨੀ ਦੀ ਤਾਂ ਉਹ ਵੀ ਕਨਸੈਪਟ ਇੱਕ ਅਲੱਗ ਹੋ ਜਾਂਦਾ ਤੇ ਸਾਨੂੰ ਇੱਦਾਂ ਲੱਗਦਾ ਕਿ ਅੱਛਾ ਜਿੱਥੇ ਬਾਕੀ ਕੰਮ ਅਲੱਗ ਕੀਤੇ ਦੁਨੀਆ ਤੋਂ, ਇਹ ਵੀ ਕੰਮ ਵੱਖਰਾ ਕੀਤਾ। ਕਿਉਂ ਚੰਗਾ ਲੱਗਦਾ ਇੰਨਾ ਇਕੱਲੇ ਸਫ਼ਰ ਕਰਨਾ, ਜਦੋਂ ਵੀ ਚਾਹੇ ਉਹ ਲੋਕਲ ਦੀ ਆਪਾਂ ਗੱਲ ਕਰ ਲਈਏ ਤੇ ਚਾਹੇ ਬਾਹਰ ਦੀ ਗੱਲ ਕਰ ਲਈਏ? ਉਹਦੇ ਲਈ ਕੋਈ ਅਲੱਗ ਤੋਂ ਰੀਜ਼ਨ ਨਹੀਂ ਹੈ। ਰੀਜ਼ਨ ਹੈ ਕਿ ਫੈਮਿਲੀ 'ਚ ਤੁਸੀਂ ਹਰ ਇੱਕ ਨੂੰ ਕਹੋ ਕਿ ਤੁਸੀਂ ਮੇਰੇ ਨਾਲ 20 ਡੇਜ਼ ਲਈ ਚੱਲੋ ਬਾਹਰ, ਕਿਉਂਕਿ ਮੇਰੇ ਹਸਬੈਂਡ ਇੱਕ ਵਾਰੀ ਮੇਰੇ ਨਾਲ ਗਏ ਸੀਗੇ। ਉਹ ਕਹਿੰਦੇ ਵੀ ਅੱਗੇ ਤੋਂ ਤੂੰ ਆ ਜਾਈਂ, ਮੈਨੂੰ 20 ਦਿਨ ਲਈ ਨਾਲ ਨਹੀਂ ਲੈ ਕੇ ਆਉਣਾ। ਸੋ ਕਿਸੇ ਨੂੰ ਬੰਨਣ ਨਾਲੋਂ ਚੰਗਾ ਇਕੱਲੇ ਚਲੇ ਜਾਓ, ਹੈ ਨਾ। ਥੋੜਾ ਸਪੇਸ ਵੀ ਦੇਣਾ ਚਾਹੀਦਾ ਹਰ ਇੱਕ ਨੂੰ। ਸੋ ਮੈਨੂੰ ਲੱਗਦਾ ਵੀ 11 ਮਹੀਨੇ ਕੰਮ ਕਰੋ ਔਰ 1 ਮਹੀਨਾ ਜਿਹੜਾ ਉਹ ਆਪਣੇ ਲਈ ਕੱਟੋ। ਤੇ ਜਦੋਂ 1 ਮਹੀਨਾ ਸੀਮਾ ਸੋਨੀ ਜ਼ਿੰਦਾ ਦਿਲੀ ਨਾਲ ਉਹ ਜਿਉਂਦੇ ਨੇ ਤੇ ਉਦੋਂ ਕਿੱਦਾਂ ਆਪਣੇ ਆਪ ਨੂੰ ਪੈਂਪਰ ਕਰਦੇ ਆ, ਮੋਟੀਵੇਟ ਕਰਦੇ ਆ, ਕਿੱਦਾਂ ਨਵੀਂ એનર્ਜੀ ਲੈ ਕੇ ਵਾਪਸ ਆਉਂਦੇ ਆ? ਕਿਉਂਕਿ ਉਹ ਲਾਈਫ ਹੀ ਅਲੱਗ ਹੁੰਦੀ ਹੈ। ਤੁਹਾਡੇ ਉੱਪਰ ਕੋਈ ਕਿਸੇ ਤਰੀਕੇ ਦੀ ਕੰਮ ਦੀ ਟੈਨਸ਼ਨ ਨਹੀਂ ਹੈ। ਹਾਲਾਂਕਿ 24/7 ਮੈਂ ਟੀਮ ਦੇ ਨਾਲ ਹੂੰ, ਪਰ ਉਹ ਚੀਜ਼ ਨਹੀਂ ਹੁੰਦੀ ਕਿਉਂਕਿ ਮੈਂ ਛੁੱਟੀ ਤੇ ਹਾਂ। ਸੋ ਉਹਨੂੰ ਮੈਂ ਮੈਨੂੰ ਘੁੰਮਣ ਦਾ ਬਹੁਤ ਸ਼ੌਕ ਹੈ, ਅਲੱਗ-ਅਲੱਗ ਜਗ੍ਹਾ ਦੇਖਣ ਦਾ। ਸੋ ਆਪਣਾ ਇੱਕ ਫਰੈਂਡਸ ਦੇ ਨਾਲ ਨਿਕਲ ਜਾਣਾ ਕਿਤੇ ਨਾ ਕਿਤੇ ਬਾਹਰ। ਤੇ ਨਾਲ ਫੋਟੋਗ੍ਰਾਫੀ ਦਾ ਸ਼ੌਕ ਹੈ ਕਿਉਂਕਿ ਬਹੁਤ ਸਾਰੇ ਖੂਬਸੂਰਤ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜਾ ਦੇਖਦੇ ਰਹਿੰਦੇ ਹਾਂ। ਜਦੋਂ ਗੱਲ ਬੱਚਿਆਂ ਦੀ ਚੱਲਦੀ ਹੈ ਤਾਂ ਫਿਰ ਜਦੋਂ ਤੁਸੀਂ ਇੱਦਾਂ ਪਲਾਨ ਕਰਦੇ ਆ ਕਿ ਮੇਰਾ ਮਨ ਹੈ ਕਿ ਮੈਂ 10-15 ਦਿਨ ਕਿਤੇ ਬਾਹਰ ਜਾ ਕੇ ਆਵਾਂ, ਕਿੱਦਾਂ ਦਾ ਬੇਟੇ ਵੱਲੋਂ ਰਿਸਪੌਂਸ ਆਉਂਦਾ ਹੁੰਦਾ? ਚਲੋ ਤੁਹਾਨੂੰ ਮੁਬਾਰਕਬਾਦ ਕਿ ਨੂੰਹ ਰਾਣੀ ਵੀ ਹੈ, ਅੱਗੇ ਪੋਤੀ ਵੀ ਹੈ, ਬਹੁਤ ਪਿਆਰੀ ਗੁੜੀ ਹੈ। ਸੋ ਕਿੱਦਾਂ ਦਾ ਰਿਸਪੌਂਸ, ਪਿਆਰ ਹੈ ਜਾਂ ਰਿਸਪੌਂਸ ਹੈ ਜਿਹੜਾ ਪਰਿਵਾਰ ਦੇ ਵੱਲੋਂ ਆਉਂਦਾ? ਮੇਰੀ ਫੈਮਿਲੀ ਵੱਲੋਂ ਇਹ ਹੁੰਦਾ ਕਿ ਤੁਸੀਂ ਹੁਣ ਜਾਓ ਕਿਤੇ ਘੁੰਮ ਕੇ ਆਓ। ਹੁਣ ਵੀ ਥੋੜਾ ਟਾਈਮ ਇਸ ਤਰ੍ਹਾਂ ਦਾ ਚੱਲ ਰਿਹਾ ਸੀ, ਬਟ ਮੇਰੇ ਬੇਟੇ ਨੂੰ ਇਹੀ ਸੀ ਕਿ ਤੁਸੀਂ ਬਹੁਤ ਦੇਰ ਤੋਂ ਕੰਮ ਕਰ ਰਹੇ, 2-3 ਸਾਲ ਤੋਂ ਗਏ ਨਹੀਂ, ਤੁਸੀਂ 10 ਦਿਨ ਲਈ ਕਿਤੇ ਜਾ ਕੇ ਆਓ। ਸੋ ਇਦਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਲਾਈਫ ਦੇ ਵਿੱਚ ਕਿਹੜੀ ਇਦਾਂ ਦੀ ਚੀਜ਼ ਹੈ ਜਿਹੜੇ ਤੁਹਾਡੇ ਬਹੁਤ ਕਲੋਜ਼ ਹੈ? ਕਿਉਂਕਿ ਮੈਂ ਪਿੱਛੇ ਜੇ ਤੁਹਾਡੀ ਕੁਝ ਪੋਸਟਾਂ ਅਸੀਂ ਲਗਾਤਾਰ ਪੜ੍ਹਦੇ ਰਹਿੰਦੇ ਹਾਂ, ਤੁਹਾਡੇ ਫਾਦਰ ਸਾਹਿਬ ਦੇ ਤੁਸੀਂ ਆਪਣੇ ਬਹੁਤ ਕਲੋਜ਼ ਰਹੇ ਆ, ਔਰ ਇਸ ਤੋਂ ਇਲਾਵਾ ਲਾਈਫ ਦੇ ਵਿੱਚ ਕਿਹੜੀ ਚੀਜ਼ ਹੈ ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਜਾਂ ਚੀਜ਼ ਤੁਹਾਡੇ ਬਹੁਤ ਕਲੋਜ਼ ਹੈ? ਤੁਸੀਂ ਭਾਵੁਕ ਹੋਣਾ ਲਾਜ਼ਮੀ ਹੈ ਕਿਉਂਕਿ
ਜਿੰਨਾ ਤੁਹਾਡਾ ਵਾਹ ਵਾਸਤਾ ਇਹਨਾਂ ਲੰਮੇ ਸਾਲਾਂ ਦਾ ਉਹਦੇ 'ਚ ਚੀਜ਼ਾਂ ਅਸੀਂ ਸਾਰਿਆਂ ਨੇ ਦੇਖੀਆਂ ਤੁਹਾਡੀਆਂ ਲਗਾਤਾਰ ਉਹ ਪੋਸਟ ਔਰ ਉਹ ਹਮੇਸ਼ਾ ਤੁਹਾਡੇ ਨਾਲ ਨੇ ਤੇ ਅੱਜ ਵੀ ਉਹ ਖੁਸ਼ੀ ਮਹਿਸੂਸ ਕਰ ਰਹੇ ਹੋਣਗੇ ਕਿ ਉਹਨਾਂ ਬਾਰੇ ਗੱਲਬਾਤ ਤੁਹਾਡਾ ਚੱਲ ਰਹੀ ਹੈ। मेरे नाल तो है ही है क्योंकि उन्होंने मेरा साथ मेरे बर्थडे ते छोड़िया सो वो चीज़ जिहड़ी है मेरे नाल हमेशा है क्योंकि मैं अपना बर्थडे जिहड़ा ना वो पता नहीं शायद वो चाहते सी कि मैं उन्होंने कभी नहीं भुलना ना सो मेरा बर्थडे जो है वो ਮੈਨੂੰ ਪਤਾ ਨਹੀਂ ਉਹ ਮੇਰਾ ਬਰਥਡੇ ਹੈ ਜਾਂ ਮੇਰੇ ਫਾਦਰ ਦੇ ਜਾਨ ਨਹੀਂ ਤੁਸੀਂ ਮੈਮ ਜਿੰਨਾ ਅਸੀਂ ਤੁਹਾਨੂੰ ਸਮਝਦੇ ਹਾਂ ਜਿੰਨਾ ਅਸੀਂ ਤੁਹਾਡੇ ਫਾਦਰ ਸਾਹਿਬ ਨੂੰ ਜਾਣਦੇ ਹਾਂ ਤੁਸੀਂ ਸ਼ਾਇਦ ਉਹਨਾਂ ਦੇ ਸਭ ਤੋਂ ਪਿਆਰੇ ਬੱਚੇ ਹੋ ਸਕਦੇ ਆ ਜਿਹੜਾ ਉਹਨਾਂ ਨੇ ਇਹ ਦਿਨ ਚੁਣਿਆ ਔਰ ਮੈਨੂੰ ਯਾਦ ਹੈ ਉਹ ਟਾਈਮ ਕਿ ਜਦੋਂ ਉਹਨਾਂ ਨੇ ਸ਼ਾਇਦ ਆਪਣਾ ਜਿਹੜਾ ਲਾਸਟ ਅਸੀਂ ਕਹਿੰਦੇ ਕਿ ਪਾਣੀ ਦਾ ਇੱਕ ਕੋਟਾ ਉਹ ਵੀ ਤੁਹਾਡੇ ਹੱਥੋਂ ਉਹਨਾਂ ਨੇ ਲਿਆ ਸੋ ਤੁਸੀਂ ਬਲੈਸਡ ਬੱਚਾ ਆ ਆਪਣੇ ਫਾਦਰ ਸਾਹਿਬ ਦਾ ਜਿਹਨੂੰ ਸਭ ਤੋਂ ਵੱਧ ਉਹ ਪਿਆਰ ਕਰਦੇ ਨੇ ਔਰ ਅਸੀਂ ਚਾਹੁੰਦੇ ਕਿ ਤੁਸੀਂ ਹੁਣ ਤੱਕ ਹਮੇਸ਼ਾ ਜਿੱਦਾਂ ਬਿਲਕੁਲ ਸਟਰੋਂਗ ਬਣ ਕੇ ਸਾਰਿਆਂ ਨੂੰ ਤੁਸੀਂ ਔਰ ਜਦੋਂ ਵੀ ਅਸੀਂ ਸੀਮਾ ਸੋਨੀ ਦੀ ਸੰਗਤ 'ਚ ਬੈਠਦੇ ਇਹਨਾਂ ਨਾਲ ਬੈਠ ਕੇ ਗੱਲਬਾਤ ਕਰਦੇ ਅੱਜ ਮੈਂ ਸ਼ਾਇਦ ਪਹਿਲੀ ਵਾਰੀ ਵਿਟਨੈਸ ਕੀਤਾ ਤੁਹਾਨੂੰ ਅੱਖਾਂ 'ਚ ਹੰਝੂ ਭਰੇ ਹੋਏ ਔਰ ਸਾਡੀਆਂ ਲੋਕਾਂ ਦੇ ਅੱਖਾਂ ਦੇ ਵਿੱਚ ਹੰਝੂ ਸਾਫ਼ ਕਰਨ ਵਾਲੇ ਵਿਅਕਤੀ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹੱਸਦੇ ਮੁਸਕਰਾਉਂਦੇ ਰਹੋ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਚਾਰਜ ਅਪ ਕਰਕੇ ਰੱਖੋ ਮੋਟੀਵੇਟ ਕਰਕੇ ਰੱਖੋ ਕਿਉਂਕਿ ਮੇਰੇ ਫਾਦਰ ਹਮੇਸ਼ਾ मतलब मैनू बहुत ज़्यादा मोटिवेट करते सी कि तू कुछ कर सकती है तू कुछ कर सकती है ना और मैनू याद है कि जो मैं स्टेशन हेड बनी सी मेरे फादर ने मैनू क्या कहते अज मेरे पैर मेरी हड्डियां इन्नियां उच्चियां हो गई सो वो चीज़ां जड़ियां नहीं ये चीज़ बहुत सीमा मैम माण वाली गल है उन्होंने लिए हमेशा इसे करके वो हमेशा तुहाडे नाल ने नाल चलते हैं इसे करके तुसीं समाज के लिए इन्नी तनदेही दे नाल जिहड़े काम जिहड़े वो कर रहे क्योंकि तुहानूं पता है कि तुहाडे फादर साहब हमेशा तुहानूं देख रहे हैं लाइफ दी कोई भी इदां दी याद कोई मैमोरी कोई इंसीडेंट तुसीं साडे नाल सांझा करने चाहो तुसीं इस तो पहला असीं नहीं चाहुंदे तुसीं कदे भी उदास होवो सो उस तो पहला तुसीं सानूं एक्सपीरियंस भी अपना के शेयर कीता कि तुहानूं एक टीवी चैनल दे उत्ते एक तजर्बा जिहड़ा नवां होया वो असीं चाहुंदे हां क्योंकि ਉਹਦੇ 'ਚ ਵੱਡੀ ਚੀਜ਼ ਇਹ ਕਿ ਸਾਡੇ ਉਹ ਬੱਚੇ ਜਿਹੜੇ ਗਲੈਮਰ ਇੰਡਸਟਰੀ ਨੂੰ ਬਹੁਤ ਦੇਖਦੇ ਨੇ ਇੰਜੋਏਬਲ ਚੀਜ਼ ਹੈ ਉੱਥੇ ਕਿੰਨਾ ਦੇ ਰਿਸਕ ਵੀ ਆਉਂਦੇ ਨੇ ਤੇ ਉਹ ਜਿਹੜੇ ਲੋਕ ਗਲੈਮਰ ਇੰਡਸਟਰੀ ਨੂੰ ਦੇਖ ਰਹੇ ਨੇ ਉਹ ਕਿੰਨਾ ਸਿਚੁਏਸ਼ਨਸ ਦੇ ਵਿੱਚੋਂ ਨਿਕਲਦੇ ਨੇ ਉਹ ਵੀ ਉਹਨਾਂ ਨੂੰ ਸਾਫ਼ ਹੋ ਜਾਏ जी बिल्कुल मेरे नाल एक इदां दा एक्सपीरियंस होया क्योंकि मैं हमेशा रेडियो ते काम किया और मैनू रेडियो नाल बहुत प्यार है अगर मैनू कोई सोचे ना कि कई बार होया इस तरह कोई किसी शो लई बट मैनू लगता है कि रेडियो मेरी लाइफ है ते मेरे एक फ्रेंड आए हुए सी उन्हां दे नाल उन्हां दा इंटरव्यू सीगा अच्छा टीवी चैनल ते सो मैं और वो असीं दोनों उत्थे पहुंचे ते उन्हां दे डायरैक्टर ना मतलब 5-10 मिनट लै लिया उन्होंने ना अच्छा उस तो बाद मैंने समझ नहीं आई भी हल्ले शुरू क्यों नहीं हो रहा प्लान उत्थे उन्होंने बिठाता टेलीकास्ट ते उन्हों दा प्लान की है मैंने समझ नहीं आ रहा सीगा उन्नी देर च ना डायरैक्टर मेरे को आए कहते कि साडे ना एंकर किते स्टक है मैं क्या जी कहते तुसी शो होस्ट कर दोगे अच्छा मतलब मैं क्या शो मैं कभी होस्ट नहीं किया कहते नहीं लाइव शो लाइव शो तो बाद तो मेरी पूरी जान निकल गई कि लाइव शो और मैंने शो बारे कुछ पता नहीं है मैं क्या सर मेरे को होना नहीं कहते नहीं हो जाना मैं क्या सर थोड़ा रिस्क है देख लो कहते नहीं हो जाना सो वो मैं एक शो जड़ा सी लाइव किया ਜਦੋਂ ਮੈਨੂੰ ਇਹ ਵੀ ਨਹੀਂ ਪਤਾ ਸੀ ਵੀ ਕਿੱਧਰ ਦੇਖਣਾ ਹੈ ਕੈਮਰਾਸ ਵੱਲ ਮੈਂ ਪੁੱਛਿਆ ਉਹਨਾਂ ਨੂੰ ਵੀ ਮੈਂ ਕਿਹੜੇ ਕੈਮਰਾ ਨੂੰ ਦੇਖਣਾ ਹੈ ਔਰ ਬ੍ਰੇਕ ਕਿੱਦਾਂ ਪਤਾ ਚੱਲੇਗੀ ਉਹ ਕਹਿੰਦੇ ਅਸੀਂ ਇਸ਼ਾਰਾ ਕਰਾਂਗੇ ਕਹਿ ਦੇਣਾ ਬ੍ਰੇਕ ਦਾ ਟਾਈਮ ਹੋ ਗਿਆ ਸੋ ਹੋ ਗਿਆ ਹਾਂ ਔਰ ਇੱਕ ਚੀਜ਼ ਸੀਮਾ ਮੈਮ ਹੋਰ ਕਿ ਜਿਹੜੇ ਸਟੂਡੈਂਟ ਸਾਡੇ ਜਰਨਲਿਜ਼ਮ ਦੀ ਡਿਗਰੀ ਕਰਦੇ ਨੇ ਪੜ੍ਹਦੇ ਨੇ ਖਾਸ ਕਰਕੇ ਅਸੀਂ ਫੀਮੇਲਸ ਦੀ ਗੱਲ ਕਰਦੇ ਲੜਕੀਆਂ ਦੀ ਉਹਨਾਂ ਨੂੰ किस तरह आप गाइड कर सकते जो खास करके रेडियो किदां दा अज दे टाइम दे विच चाहे टीवी जरूर है पर रेडियो नूं बहुत ग्लैमर नाल जोड़ के देखा जाता बड़ा बच्चों के मन च एक्साइटमेंट हुंदी है कि असीं आरजे बनना एज अ फीमेल तुसीं किस तरह उन्हां नूं गाइड करना चाहुंदे आ कि जदों उन्हां रेडियो इंडस्ट्री बारे सोचदे ने ते किस तरह दा वो मैंटली उन्हां दी तैयारी होनी चाहिए है ते नाल दी नाल वो फिजिकल तौर ते जिहड़े बच्चे तैयार होने चाहिए जदों मैं रेडियो च आई सी ना मैनूं भी बहुत शौक सीगा कि वाह मतलब माइक अगे बैठ जाना मतलब कुछ भी है ना बट रेडियो ज्वाइन करन तो बाद मैनू पता चलिया कि उस माइक दे अगे बैठन तो पहला उन्होंने तैयारी कितनी करनी पैनी है ना उन्होंने बिल्कुल हर चीज़ की नॉलेज होनी चाहिए है पेपर पढ़ना डेली जरूरी है उन्होंने पता तो होए साढ़े आस पास हो की रहा है ना वो इदा प्रिपेयर रहन कि अगर उन्होंने कोई कॉल आती है तो उसका जवाब दे सकन उन्होंने नॉलेज होएगी तो देंगे जवाब मैंटल प्रेजेंस जिहड़ी है वो बहुत जरूरी है बहुत जरूरी है चीज़ों वाल देखते हैं उस तो बाद जो असीं गल करते हैं तुसीं सिर्फ जलंधर तक सीमित नहीं है असीं अक्सर तुहाडीआं पोस्ट भी देखते हैं अज मैडम पटियाला जा रहे हैं अज मैडम इत्थे ट्रैवल कर रहे हैं
ਸੋ ਪਟਿਆਲੇ ਦਾ ਚਾਰਜ ਵੀ ਤੁਹਾਡੇ ਕੋਲ ਹੈ, ਜਲੰਧਰ ਵੀ ਤੁਸੀਂ ਦੇਖ ਰਹੇ ਹੋ, ਔਰ ਮੈਨੂੰ ਜਿਹੜੀ ਹੋਰ ਤੁਹਾਡੀ ਪ੍ਰੋਫਾਈਲ ਬਾਰੇ ਚੀਜ਼ ਪਤਾ ਲੱਗੀ ਕਿ ਆਈ ਥਿੰਕ ਹਰਿਆਣਾ ਦਾ ਵੀ ਤੁਸੀਂ ਐਜ਼ ਅ ਡਾਇਰੈਕਟਰ ਪ੍ਰੋਗਰਾਮਿੰਗ ਜਿਹੜੀ ਉਹਨੂੰ ਤੁਸੀਂ ਦੇਖ ਰਹੇ ਹੋ ਜੀ, ਕਰਨਾਲ ਹਿਸਾਰ। ਕਿੱਦਾਂ ਟਾਈਮ ਫਿਰ ਮੈਨੇਜ ਹੁੰਦਾ ਸਾਰਾ, ਕਿਉਂਕਿ ਫਸਟ ਹੋਮ ਵੀ ਦੇਖਣਾ ਤੇ ਸੈਕੰਡ ਹੋਮ ਵੀ ਦੇਖਣਾ, ਆਪਣੇ ਆਪ ਨੂੰ ਵੀ ਦੇਖਣਾ, ਤੁਹਾਡੇ ਪਰਸਨਲ ਫੈਨ ਪਿਆਰ ਕਰਨ ਵਾਲੇ ਵੀ ਬਹੁਤ ਨੇ, ਉਹਨਾਂ ਨੂੰ ਵੀ ਸਮਾਂ ਦੇਣਾ, ਕਿੱਦਾਂ ਮੈਨੇਜ ਹੁੰਦਾ ਸਾਰਾ ਕੁਝ? ਨਵਜੋਤ, ਮੈਨੂੰ ਇਹ ਨਾ ਕੁਐਸਚਨ ਬੜਾ ਅਜੀਬ ਲੱਗਦਾ ਹਰ ਵਾਰ, ਟਾਈਮ ਮੈਨੇਜਮੈਂਟ, ਹੈ ਨਾ। ਮੈਂ ਲੋਕਾਂ ਨੂੰ ਦੇਖਦੀ ਹਾਂ, ਟਾਈਮ ਨਹੀਂ ਹੈ ਨਾ, ਤੁਹਾਨੂੰ ਮਿਲ ਨਹੀਂ ਪਾਏ, ਟਾਈਮ ਨਹੀਂ ਸੀ। ਮਤਲਬ ਟਾਈਮ ਕਿਉਂ ਨਹੀਂ ਸੀ? ਹਰ ਇੱਕ ਕੋਲ 24 ਘੰਟੇ ਹੈ ਨਾ। ਸਾਡੇ ਕੋਲ 24 ਘੰਟੇ ਹੈ, ਤੁਹਾਡੇ ਕੋਲ 24 ਘੰਟੇ ਹੈ। ਜਿਹੜੇ ਸਾਡੇ ਇੰਨੇ ਬੜੇ ਇੰਡਸਟਰੀਸਟ ਬੈਠੇ ਹੋਏ ਆ, ਜਿਨ੍ਹਾਂ ਨੇ ਇੰਡੀਆ, ਜਿਹੜੇ ਮਤਲਬ ਕਿ ਵਰਲਡ 'ਚ ਜਿਨ੍ਹਾਂ ਦਾ ਨਾਮ ਹੈ ਨਾ, ਜਿਨ੍ਹਾਂ ਜਿਹੜੇ ਹੈ ਨਾ, ਸਭ ਕੋਲ 24 ਘੰਟੇ ਹੈ। ਉਸ ਤੋਂ ਬਾਅਦ ਵੀ ਟਾਈਮ ਨਹੀਂ ਹੈ, ਟਾਈਮ ਮੈਨੇਜਮੈਂਟ ਨਹੀਂ ਹੈ ਐਕਚੁਅਲੀ ਉਹਨਾਂ ਕੋਲ। ਮੈਂ ਕਹੂੰਗੀ ਵੀ ਟਾਈਮ ਸਭ ਕੋ ਹੈਗਾ, ਤੁਹਾਡੇ ਕੋਲ ਟਾਈਮ ਮੈਨੇਜਮੈਂਟ ਨਹੀਂ ਹੈ। ਬਿਲਕੁਲ ਸਹੀ। ਔਰ ਇਹੀ ਕੀ ਹੈ ਉਸ ਚੀਜ਼ ਦੀ, ਜਿਹੜਾ ਮੰਤਰ ਹੈ ਚੀਜ਼ ਦੀ ਅਲੱਗ, ਜਿਹੜਾ ਅਸੀਂ ਲੋਕਾਂ ਨਾਲੋਂ ਕਰਦੇ ਹਾਂ, ਉਹਦਾ ਸ਼ਾਇਦ ਮੰਤਰ ਹੀ ਫਿਰ ਇਹੀ ਹੈ, ਕਿਉਂਕਿ ਤੁਹਾਡੇ ਟਾਈਮ ਮੈਨੇਜ ਕਰੋ। ਹਾਂ, ਔਰ ਉਸ ਤੋਂ ਬਾਅਦ ਮੈਮ ਇੱਕ ਹੋਰ ਚੀਜ਼ ਹੈ, ਕਿਉਂਕਿ ਤੁਸੀਂ ਸਿਰਫ ਇੱਥੇ ਨਹੀਂ ਰੁਕੇ, ਉਸ ਤੋਂ ਬਾਅਦ ਤੁਹਾਡੇ ਅਸੀਂ ਜਦੋਂ ਗੱਲ ਕਰਦੇ ਹਾਂ ਪਰਸਨਲ ਲਾਈਫ ਦੀ, ਤਾਂ ਉਹਦੇ ਵਿੱਚ ਜਾ ਕੇ ਕੁਝ ਛੋਟੇ ਐਫਰਟ ਤੁਸੀਂ ਹੋਰ ਕਰ ਰਹੇ ਹੋ। ਅਸੀਂ ਗੱਲ ਕਰਦੇ ਹਾਂ ਕਿ ਬੇਟੇ ਨੂੰ ਬਿਜ਼ਨਸ ਦੇ ਵਿੱਚ ਵੀ ਤੁਸੀਂ ਹੈਲਪ ਕਰ ਰਹੇ ਹੋ। ਸਿਰਫ ਬੇਟੇ ਨੂੰ ਹੈਲਪ ਨਹੀਂ ਕਰ ਰਹੇ, ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਉੱਥੇ ਵਿਜ਼ਿਟ ਵੀ ਕਰੋ, ਉਹਨੂੰ ਗਾਈਡ ਵੀ ਕਰੋ ਜਾ ਕੇ, ਔਰ ਪਰਸਨਲ ਜਾ ਕੇ ਗਾਈਡ ਕਰੋ। ਫਿਰ ਮੈਂ ਦੁਬਾਰਾ ਉੱਥੇ ਆਉਂਦੀ ਹੈ ਕਿ ਉਹ ਟਾਈਮ ਨੂੰ ਚੋਰੀ ਕਿੱਦਾਂ ਕਰਦੇ। ਹੁਣ ਅਸੀਂ ਸਵਾਲ ਥੋੜਾ ਚੇਂਜ ਕਰ ਲੈਂਦੇ ਕਿ ਮੈਨੇਜ ਨਹੀਂ ਕਰਦੇ, ਮੈਂ ਕਹਿੰਦਾ ਤੁਸੀਂ ਕਰ ਲੈਂਦੇ ਹੋ, ਉਹ ਟਾਈਮ ਫਿਰ ਚੋਰੀ ਕਿੱਦਾਂ ਕਰਦੇ ਹੋ? ਜਦੋਂ ਤੁਹਾਡਾ ਮਨ ਹੋਵੇ ਨਾ ਕੁਝ ਕਰਨ ਤੇ, ਸਾਰਾ ਟਾਈਮ ਮੈਨੇਜ ਹੋ ਜਾਂਦਾ। ਮੇਰੇ ਕੋਲ ਵੀ ਸੈਟਰਡੇ ਹੈ, ਸੰਡੇ ਹੈ, ਆਫ ਹੈ, ਤੇ ਆਫ ਦੇ ਵਿੱਚ ਵੀ ਤੁਸੀਂ ਆਪਣੇ ਕੰਮ ਕਰ ਸਕਦੇ ਹੋ ਨਾ। ਆਫ ਤੇ ਵੀ ਆਫ ਨਹੀਂ ਹੈ, ਤੁਸੀਂ ਇਹ ਕਹਿ ਸਕਦੇ ਹੋ ਕਿ ਸੀਮਾ ਸੋਨੀ ਦੇ ਆਫ ਦੇ ਵਿੱਚ ਕੋਈ ਆਫ ਨਹੀਂ ਹੈ, ਲਾਈਫ ਚੱਲਦੀ ਰਹਿੰਦੀ ਹੈ। ਤੇ ਇੱਕ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਜਦੋਂ ਕੰਫਰਟੇਬਲ ਜ਼ੋਨ ਦੀ ਆਪਾਂ ਗੱਲ ਕਰਦੇ ਹਾਂ, ਕਿ ਕਦੇ ਦਿਲ ਨਹੀਂ ਕਰਦਾ ਕਿ ਜਿਸ ਦਿਨ ਆਫ ਹੈ, ਜਿਹੜੀ ਆਪਾਂ ਵਿਆਹ ਵਾਲੇ ਦਿਨਾਂ ਦੀ ਗੱਲ ਕੀਤੀ ਸੀਗੀ ਕਿ ਅਸੀਂ ਇੱਕ ਕਿੱਟੀ ਪਾਰਟੀ ਹੋਵੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਬੈਠਾ ਹੋਵੇ, ਤੰਬੋਲਾ ਖੇਡੇ ਉੱਤੇ ਆਰਾਮ ਦੇ ਨਾਲ, ਚਾਹ ਕੌਫੀ ਲੰਚ ਕਰੇ ਔਰ ਘਰ ਵਾਪਸ ਆ ਜਾਏ, ਉਹ ਲਾਈਫ ਨਹੀਂ ਕਦੇ ਜੀਣ ਨੂੰ ਮਨ ਕਰਦਾ? ਨਹੀਂ, ਮੈਨੂੰ ਨਾ, ਮੈਂ ਕਈ ਵਾਰੀ ਆਪਣੇ ਫਰੈਂਡਸ ਨਾਲ ਵੀ ਗੱਲ ਕਰਦੀ ਹਾਂ ਕਿ ਮੈਨੂੰ ਕੋਈ ਬਿਮਾਰੀ ਤਾਂ ਨਹੀਂ ਹੈ ਕਿ ਮੈਂ ਫ੍ਰੀ ਨਹੀਂ ਬੈਠ ਸਕਦੀ। ਮਤਲਬ ਜੇ ਤੁਸੀਂ ਸੋਚੋ ਨਾ ਕਿ ਮੈਂ ਸੀਮਾ ਸੋਨੀ ਇੱਦਾਂ ਬੈਠੀ ਹੈ ਔਰ ਆਪਣਾ ਰਿਲੈਕਸ ਕਰ ਰਹੀ ਹੈ, ਮੈਨੂੰ ਲੱਗਦਾ ਰਹਿੰਦਾ ਮੈਂ ਕੀ ਕਰਾਂ ਨਾ। ਮੈਨੂੰ ਨਾ ਕਿਸੇ ਨੇ ਪੁੱਛਿਆ ਕਿ ਤੁਹਾਡੇ ਸ਼ੌਕ ਕੀ ਹੈ, ਮੈਂ ਉਹਨਾਂ ਨੂੰ ਸ਼ੌਕ ਗਿਣਾਉਣੇ ਸ਼ੁਰੂ ਕਰਤੇ, ਇੱਦਾਂ ਸਵਿਮਿੰਗ, ਮਤਲਬ ਮੈਨੂੰ ਨੀਟਿੰਗ ਤੱਕ ਆਉਂਦੀ, ਮੈਂ ਸਵੈਟਰਸ ਤੱਕ ਬੁਣੇ ਹੋਇਆ ਹੈ ਨਾ, ਸਟਿਚਿੰਗ ਉਹ ਵੀ ਮੈਨੂੰ ਆਉਂਦੀ ਹੈ, ਮੈਂ ਕੁਕਿੰਗ, ट्रैवल करना, गाने सुनना, डांस देखना, मूवीज देखना, सब। वो कहते रुक जाओ, कहते किहड़े शौक नहीं है प्लीज वो दस दो। ਕਿਉਂਕਿ ਸ਼ਾਇਦ ਸਾਨੂੰ ਹੁਣ ਪੁੱਛਣ ਦੀ ਲੋੜ ਨਹੀਂ ਹੈ, ਸਾਨੂੰ ਸ਼ੌਕ ਤੁਹਾਡੇ ਪਤਾ ਲੱਗ ਗਏ ਨੇ। ਹਾਂ, ਮੈਨੂੰ ਬਹੁਤ ਸ਼ੌਕ ਹੈ। ਔਰ ਇੱਕ ਸ਼ੌਕ ਤੁਹਾਡਾ ਹੋਰ ਹੈ ਜਿਹਦੀ ਅਸੀਂ ਗੱਲ ਕਰਦੇ ਹਾਂ, ਉਹ ਹੈ ਸੋਸ਼ਲੀ ਐਕਟਿਵ ਰਹਿਣਾ। ਜਦੋਂ ਅਸੀਂ ਰੇਡੀਓ 4-5 ਜਿਹੜੇ ਜਲੰਧਰ ਦੇ ਵਿੱਚ ਆਏ, ਔਰ ਬਹੁਤ ਪਹਿਲਾਂ ਦੇ ਦਿਨਾਂ ਤੋਂ ਅਸੀਂ ਉਹਦੇ ਨਾਲ ਜੁੜੇ ਹੋਏ ਹਾਂ, ਇਹ ਟੱਚਵੁੱਡ ਅਸੀਂ ਕਈ ਵਾਰੀ ਬਹੁਤ ਸਾਰੇ ਔਰਤਾਂ ਨਾਲ ਮੈਂ ਤੁਹਾਡੀ ਗੱਲ ਵੀ ਕਰਦੀ ਹਾਂ, ਉਦਾਹਰਨ ਵੀ ਦਿੰਦੀ ਹਾਂ ਕਿ ਐਜ਼ ਅ ਫੀਮੇਲ ਕੋਈ ਵੀ ਇੱਦਾਂ ਦਾ ਪ੍ਰੋਗਰਾਮਿੰਗ ਹੈਡ ਜਾਂ ਸਟੇਸ਼ਨ ਹੈਡ ਅਜੇ ਤੱਕ ਜਲੰਧਰ 'ਚ ਨਹੀਂ ਆਇਆ, ਆਲੇ ਦੁਆਲੇ ਸ਼ਹਿਰਾਂ ਬਾਰੇ ਤਾਂ ਅਸੀਂ ਅਜੇ ਬਹੁਤਾ ਨਹੀਂ ਜਾਣਦੇ, ਜਿਹੜਾ ਇੰਨਾ ਐਕਟਿਵਲੀ ਹੋ ਕੇ ਸੋਸ਼ਲੀ ਇਨਵੋਲਵ ਹੋਇਆ ਹੋਵੇ, ਚਾਹੇ ਉਹ ਕਾਰਪੋਰੇਸ਼ਨ ਨਾਲ ਮਿਲ ਕੇ ਕੋਈ ਕੰਮ ਕਰਨਾ, ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਕੋਈ ਕੰਮ ਕਰਨਾ, ਕਿਸੇ NGO ਦੇ ਨਾਲ ਮਿਲ ਕੇ ਕੋਈ ਕੰਮ ਕਰਨਾ, ਕਿਤੇ ਵੀ ਕੋਈ ਕੰਮ ਹੋਵੇ ਤਾਂ ਸਭ ਤੋਂ ਪਹਿਲਾ ਜਿਹੜਾ ਕਦਮ ਹੈ ਉੱਥੇ ਸੀਮਾ ਸੋਨੀ ਰੱਖਦੇ ਨੇ। ਇਹ ਕਿੱਥੋਂ ਮਨ ਦੇ ਵਿੱਚ ਚੀਜ਼ਾਂ ਕਿੱਥੋਂ ਪ੍ਰੇਰਿਤ ਕਰਦੀਆਂ ਨੇ ਤੁਹਾਨੂੰ? ਮੈਨੂੰ ਇਦਾਂ ਲੱਗਦਾ ਨਵਜੋਤ ਕਿ ਜਦੋਂ ਅਸੀਂ ਕੁਝ ਕੰਮ ਕਰਨ ਲੱਗਦੇ ਹਾਂ ਨਾ, ਅਸੀਂ ਜਿੰਨੇ ਲੋਕਾਂ ਨੂੰ ਜ਼ਿਆਦਾ ਮਿਲਦੇ ਆ ਨਾ, ਅਸੀਂ ਉਨਾ ਜ਼ਿਆਦਾ ਸਿੱਖਦੇ ਹਾਂ। ਬਿਲਕੁਲ ਸਹੀ। ਹਰ ਬੰਦਾ ਕੁਝ ਨਾ ਕੁਝ ਸਿਖਾ ਕੇ ਜਾਂਦਾ ਹੈ ਨਾ, ਔਰ ਹੁਣ ਜੋ ਦਿਖਤਾ ਹੈ ਉਹ ਵਿਕਤਾ ਹੈ, ਉਹ ਸੀਨ ਹੈ ਨਾ। ਜਦੋਂ ਤੁਸੀਂ ਖੁਦ ਇਨਵੋਲਵਮੈਂਟ ਆਪਣੀ ਦਿਖਾਓਗੇ, ਤੁਹਾਡੀ ਟੀਮ ਨੂੰ ਵੀ ਲੱਗੇਗਾ ਕਿ ਇਹ ਬੌਸ ਇਹ ਨਹੀਂ ਹੈ ਕਿ ਆਰਡਰ ਕਰ ਰਹੀ ਹੈ ਕਿ ਜਾਓ ਜੀ ਇਹ ਕਰਾਓ ਉਹ ਕਰਾਓ, ਇਹ ਖੁਦ ਨਾਲ ਜਾ ਰਹੀ ਹੈ। ਸੋ ਕਿਸੇ ਨੂੰ ਇਹ ਮਨ 'ਚ ਨਹੀਂ ਹੁੰਦਾ ਕਿ ਮੈਮ ਨੇ ਸਾਨੂੰ ਇਹ ਕਹਿਤਾ, ਸਾਨੂੰ ਉਹ ਕਹਿਤਾ। ਸੋ ਮੈਨੂੰ ਲੱਗਦਾ ਹੈ ਕਿ ਅਗਰ ਮੇਰੀ ਟੀਮ ਜਾ ਸਕਦੀ ਹੈ, ਮੈਂ ਕਿਉਂ ਨਹੀਂ ਜਾ ਸਕਦੀ। ਔਰ ਤੁਹਾਡਾ ਇੱਕ ਹੋਰ ਵੀ ਚੀਜ਼ ਅਸੀਂ ਤੁਹਾਡੀ ਵਿਟਨੈਸ ਕੀਤੀ ਹੈ ਕਿ ਜਦੋਂ ਵੀ ਤੁਹਾਡਾ ਰੇਡੀਓ ਸਟੇਸ਼ਨ ਅਸੀਂ ਵਿਜ਼ਿਟ ਕਰਦੇ ਹਾਂ, ਸਾਡੀ ਇਹ ਕੰਪਲੇਂਟ ਕਰ ਲਓ, ਅਸੀਂ ਤੁਹਾਨੂੰ ਕਦੇ ਵੀ ਆਪਣੇ ਕੈਬਿਨ 'ਚ ਨਹੀਂ ਪਾਇਆ। ਜਦੋਂ ਵੀ ਅਸੀਂ ਦੇਖਦੇ ਹਾਂ ਤਾਂ ਨਾਰਮਲੀ ਐਂਟਰੀ ਦੇ ਉੱਤੇ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਐਂਟਰੀ ਦੇ ਉੱਤੇ ਸਭ ਤੋਂ ਪਹਿਲਾ ਪਰਸਨ ਜਿਹੜਾ ਤੁਹਾਨੂੰ ਸਵਾਗਤ ਕਰਦਾ ਹੋਇਆ ਮਿਲੇਗਾ, ਉਹ ਖੁਦ ਮੈਡਮ ਸੀਮਾ ਸੋਨੀ ਹੋਣਗੇ, ਜਿਹੜੇ ਸਭ ਤੋਂ ਪਹਿਲਾਂ ਤੁਹਾਨੂੰ ਉੱਥੇ ਖਿੜੇ ਮੱਥੇ ਮਿਲਦੇ ਨੇ, ਚਾਹ ਜਾਂ ਕੌਫੀ ਜਾਂ ਗ੍ਰੀਨ ਟੀ ਜੋ ਵੀ ਤੁਸੀਂ ਪੀਣਾ ਤੁਹਾਨੂੰ ਆਫਰ ਕਰਦੇ ਨੇ। ਉਸ ਤੋਂ ਬਾਅਦ ਤੁਹਾਨੂੰ ਸਾਰਾ ਆਪਣਾ ਸਟੇਸ਼ਨ ਘੁਮਾਉਂਦੇ ਨੇ, RJs ਤੱਕ ਮਿਲਵਾਉਂਦੇ ਨੇ, ਤੇ ਉਸ ਤੋਂ ਬਾਅਦ ਉਹ ਤੁਹਾਡੇ ਨਾਲ ਬਹੁਤ ਸਾਰੀਆਂ ਪਿਆਰੀਆਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਨੇ। ਇਹ ਜਿਹੜਾ ਮੈਮ ਸੁਭਾਅ ਹੈ, ਅਸੀਂ ਜਦੋਂ ਗੱਲ ਕਰਦੇ ਹਾਂ ਇੱਕ ਆਮ ਇਨਸਾਨ ਦੀ, ਇੱਕ ਅਫਸਰ ਲੈਵਲ ਤੇ ਪਹੁੰਚ ਗਏ ਇੱਕ ਫੀਮੇਲ ਦੀ, ਇਹ ਜਿਹੜਾ ਸੁਭਾਅ ਸਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਢਾਲਿਆ ਜਾ ਸਕਦਾ? ਕਿਉਂਕਿ ਸ਼ਾਇਦ ਲੋਕ ਬਹੁਤ ਲੰਬੇ ਸਮੇਂ ਤੱਕ ਤੁਹਾਨੂੰ ਯਾਦ ਰੱਖਦੇ ਆ, ਇਹ ਜ਼ਰੂਰੀ ਨਹੀਂ ਰਹਿ ਜਾਂਦਾ, ਇਹ ਸ਼ਰਤਾਂ ਨਹੀਂ ਰਹਿ ਜਾਂਦੀਆਂ ਕਿ ਇਸ ਬੰਦੇ ਨੂੰ ਅਸੀਂ ਦਿਨ 'ਚ 2 ਵਾਰੀ ਮਿਲੀਏ ਜਾਂ ਉਹਨਾਂ ਗੱਲ ਕਰੀਏ। ਕਈ ਵਾਰੀ ਮਹੀਨਿਆਂ ਦੀਆਂ ਮੁਲਾਕਾਤਾਂ ਨਹੀਂ ਹੁੰਦੀਆਂ, ਪਰ ਉਹ ਪਿਆਰ ਰਿਸਪੈਕਟ ਜਿਹੜੀ ਮਨ 'ਚ ਤੁਹਾਡੇ ਬਣੀ ਰਹਿੰਦੀ ਹੈ।
ਉਹੀ ਹੈ ਨਾ ਨਵਜੋਤ ਕਿ ਇੱਕ ਚੀਜ਼ ਹੁੰਦੀ ਹੈ ਕਿ ਮੇਰੇ ਕਰਕੇ ਸਭ ਕੁਝ ਹੈ ਨਾ ਕਿ ਜੋ ਕੁਝ ਮੈਂ ਕਰ ਰਹੀ ਹਾਂ ਤਾਂ ਹੀ ਇਹ ਸਭ ਕੁਝ ਖੜਾ ਪਰ ਮੈਨੂੰ ਲੱਗਦਾ ਕਿ ਜੇ ਮੈਂ ਇਸ ਕੁਰਸੀ ਤੇ ਬੈਠੀ ਹਾਂ ਤਾਂ ਮੈਂ ਤੁਹਾਡੇ ਕਰਕੇ ਬੈਠੀ ਹਾਂ ਤੇ ਜੇ ਫਿਰ ਤੁਹਾਨੂੰ ਲੋਕਾਂ ਨੂੰ ਸਭ ਨੂੰ ਪਿਆਰ ਨਹੀਂ ਦਿੱਤਾ ਜਾਂ ਤੁਹਾਡੇ ਤੋਂ ਮੈਨੂੰ ਪਿਆਰ ਨਹੀਂ ਮਿਲਿਆ ਫਿਰ ਮੈਨੂੰ ਇਸ ਕੁਰਸੀ ਤੇ ਬੈਠਣ ਦਾ ਵੀ ਕੋਈ ਹੱਕ ਨਹੀਂ ਹੈ ਨਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਹੌਲੀ ਹੌਲੀ ਜਿਹੜੇ ਇੱਕ ਪਰਸਨ ਹੈ ਜਿਹੜਾ ਤੁਹਾਡੇ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੇ ਮਨ ਦੇ ਵਿੱਚ ਘਰ ਕਰਦੀਆਂ ਨੇ ਗੱਲ ਜਿਹੜੀ ਸੀ ਮੈਮ ਕਰਦੇ ਹਾਂ ਅਸੀਂ ਅੱਜ ਦੇ ਟਾਈਮ ਦੇ ਵਿੱਚ ਵੀ ਬਾਰ-ਬਾਰ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਤੁਸੀਂ ਜਾਂਦੇ ਹੋ ਮੈਂ ਫਿਰ ਇਹ ਚੀਜ਼ ਤੁਹਾਡੀ ਸ਼ਖਸੀਅਤ ਦਾ ਇੱਕ ਹੋਰ ਪਹਿਲੂ ਹੈ ਕਿ ਕਾਲਜ ਯੂਨੀਵਰਸਿਟੀਆਂ ਜਿਹੜੇ ਨੇ ਤੁਹਾਨੂੰ ਬੁਲਾਉਂਦੇ ਨੇ ਮਾਨ ਸਨਮਾਨ ਦਿੰਦੇ ਨੇ ਐਜ਼ ਅ ਸਪੀਕਰ ਵੀ ਬੁਲਾਉਂਦੇ ਨੇ ਗੈਸਟ ਵੀ ਬੁਲਾਉਂਦੇ ਨੇ ਜਦੋਂ ਅੱਜ ਦੇ ਦਿਨਾਂ ਦੇ ਵਿੱਚ ਵੀ ਵੂਮਨ ਐਮਪਾਵਰਮੈਂਟ ਨੂੰ ਲੈ ਕੇ ਕੋਈ ਸਬਜੈਕਟ ਰੱਖਿਆ ਜਾਂਦਾ ਬੋਲਣ ਦੇ ਨਹੀਂ ਤਾਂ ਬੜੀ ਹੈਰਾਨਗੀ ਜੀ ਉਸ ਗੱਲ ਤੇ ਹੁੰਦੀ ਹੈ ਕਿ ਅੱਜ ਅਸੀਂ ਜਿਹੜੇ ਸਮੇਂ ਦੇ ਵਿੱਚ ਬੈਠੇ ਹਾਂ ਤਾਂ ਅਸੀਂ ਵੂਮਨ ਐਮਪਾਵਰਮੈਂਟ ਦੀਆਂ ਗੱਲਾਂ ਕਰ ਰਹੇ ਹਾਂ ਵੂਮਨ ਐਮਪਾਵਰਮੈਂਟ ਨੂੰ ਤੁਸੀਂ ਕੀ ਸਮਝਦੇ ਆ ਤੇ ਅੱਜ ਜੋ ਔਰਤ ਦੀ ਇੱਕ ਦਸ਼ਾ ਤੇ ਦਿਸ਼ਾ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਵੂਮਨ ਐਮਪਾਵਰਮੈਂਟ ਤੇ ਗੱਲਾਂ ਕਰਨ ਵਾਲੇ ਲੋਕ ਬਹੁਤ है ना इस करके मैं ये बहुत ज़्यादा अंदर तक नहीं जाती क्योंकि जो मैं सोचती हैं मैं सिर्फ उहदे ते ही गल करदी हां वुमेन एम्पावरमेंट ਉਹ ਲੋਕ ਕਰਦੇ ਆ ਜਿਹੜੇ ਆਪਣੇ ਘਰਾਂ 'ਚ ਜਿਹੜੇ ਕਹਿੰਦੇ ਵੀ 2 ਕੁੜੀਆਂ ਤੋਂ ਬਾਅਦ ਮੁੰਡਾ ਚਾਹੀਦਾ ਜਾਂ 3 ਕੁੜੀਆਂ ਤੋਂ ਬਾਅਦ ਮੁੰਡੇ ਦਾ ਮੂੰਹ ਜ਼ਰੂਰ ਦੇਖਣਾ ਉਹ ਵਿਮਨ ਐਮਪਾਵਰਮੈਂਟ ਦੀਆਂ ਗੱਲਾਂ ਕਰਦੇ ਆ ਸੋਸਾਇਟੀ 'ਚ ਖੜੇ ਹੋ ਕੇ ਸੋ ਉਹਨਾਂ ਲੋਕਾਂ ਨਾਲ ਮੈਂ ਕੀ ਡਿਸਕਸ਼ਨ ਕਰੂੰਗੀ ਹੈ ਨਾ ਮੈਨੂੰ ਫਰਕ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਲੜਕੇ ਲੜਕੀ 'ਚ ਕੋਈ ਫਰਕ ਹੈ ਮੈਨੂੰ ਫਰਕ ਦੱਸੋ ਕੀ ਹੈ ਲੜਕੀਆਂ ਕੰਮ ਨਹੀਂ ਕਰ ਰਹੀਆਂ ਲੜਕੀਆਂ ਪਾਇਲਟ ਨਹੀਂ ਹੈ ਇੰਜੀਨੀਅਰ ਨਹੀਂ ਹੈ ਡਾਕਟਰ ਨਹੀਂ ਹੈ ਉਹ ਤਾਂ 2 ਡਿਊਟੀ ਸੰਭਾਲ ਰਹੀਆਂ ਤੁਹਾਡੇ ਘਰ ਵੀ ਸੰਭਾਲ ਰਹੀਆਂ ਬਾਹਰ ਵੀ ਸੋ ਇਹ ਜਿਹੜਾ ਟੌਪਿਕ ਹੈ ਨਾ ਮੇਰੇ ਦਿਲ ਦੇ बहुत नेड़े है ना मैनू बहुत अजीब लगता जो लोग गल्लां बाहर तक खड़े होके बहुत करते हैं पर उन्हां दे घर च पुछो ते बस एक साडे घर च चंगी चीज़ आ जाए बिल्कुल और वो चीज़ वाकई वो लोग वुमन एम्पावरमेंट ते ज़्यादा गल करनी जिहड़ी जरूरी समझदे आ वो क्यों करते हैं सिर्फ सोसाइटी नूं दिखाण लई कि असीं बहुत ब्रॉड माइंडेड है साडे दिमाग दे विच भी विमन दी उन्नी ज़्यादा इज्जत है रिस्पैक्ट है फिर तुसीं क्यों अपने घर दे विच चंगी चीज़ दा की मतलब हुंदा मैनू हाले तक ये समझ नहीं आया और ਮੈਨੂੰ ਦੁੱਖ ਲੱਗਦਾ ਜਦੋਂ ਮੈਂ ਕਿਸੇ ਦੇ ਮੂੰਹ ਇਦਾਂ ਸੁਣਦੀ ਨਾ ਮੈਨੂੰ ਸੱਚੀ ਦੁੱਖ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਲੋਕ ਇਹ ਗੱਲਾਂ ਕਰ ਰਹੇ ਆ ਪਰ ਸਾਡੇ ਲਈ ਜੇ ਅਸੀਂ ਆਪਣੀ ਗੱਲ ਕਰੀਏ ਸਾਡੇ ਲਈ ਵੂਮਨ ਐਮਪਾਵਰਮੈਂਟ ਦਾ ਮਤਲਬ ਸੀਮਾ ਸੋਨੀ ਵਰਗੇ ਲੋਕ ਨੇ ਸ਼ਖਸੀਅਤਾਂ ਨੇ ਜਿਹੜੇ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਹੈ ਇੱਕ ਦਾਇਰੇ ਚੋਂ ਬਾਹਰ ਨਿਕਲ ਕੇ ਔਰ ਪੰਜਾਬ 1 ਟੀਵੀ ਦੀ ਟੀਮ ਵੱਲੋਂ ਤੁਹਾਨੂੰ ਇੱਕ ਵਾਰੀ ਫਿਰ ਵਧਾਈ ਪਿਛਲੇ ਦਿਨੀ ਜਿਹੜੀ ਤੁਹਾਨੂੰ ਪੁਲਿਸ ਦੇ ਵੱਲੋਂ ਕਮਿਸ਼ਨਰੇਟ ਭੁੱਲਰ ਸਾਹਿਬ ਵੱਲੋਂ ਜਿਹੜਾ ਬੈਸਟ ਜਿਹੜਾ ਐਜ਼ ਅ ਰੇਡੀਓ ਸਟੇਸ਼ਨ ਦਾ ਤੁਹਾਨੂੰ ਅਵਾਰਡ ਵੀ ਜਿਹੜਾ ਮਿਲਿਆ ਸੋ ਉਹ ਸਿਹਰਾ ਜਿਹੜਾ ਤੁਹਾਡੀ ਟੀਮ ਦੇ ਸਿਰ ਤੁਹਾਡੇ ਸਿਰ ਜਿਹੜਾ ਬਖੂਬੀ ਜਾਂਦਾ ਕਿਉਂਕਿ ਤੁਹਾਡੀਆਂ ਸੇਵਾਵਾਂ ਤੁਹਾਡੀਆਂ ਕੰਟਰੀਬਿਊਸ਼ਨ ਖਾਸ ਕਰਕੇ ਸਿਟੀ ਦੇ ਲਈ ਅਸੀਂ ਉਹਨਾਂ ਤੋਂ ਵਾਕਿਫ ਰਹਿੰਦੇ ਹਾਂ ਔਰ ਉਹਨਾਂ ਨੂੰ ਪੜ੍ਹਦੇ ਰਹਿੰਦੇ ਹਾਂ ਜੋ ਸਾਡੀਆਂ ਸੀਮਾ ਮੈਮ ਫੀਮੇਲਸ ਨੇ ਔਰਤਾਂ ਨੇ ਜਿਹੜੀਆਂ ਆਪਣੇ ਆਪ ਨੂੰ ਦਾਇਰੇ ਦੇ ਚੋਂ ਬਾਹਰ ਨਿਕਲ ਕੇ ਦੇਖਦੀਆਂ ਆਪਣੇ ਆਪ ਨੂੰ ਡੀਗ੍ਰੇਡ ਕਰਕੇ ਦੇਖਦੀਆਂ ਜਾਂ ਹਮੇਸ਼ਾ ਕੰਪਲੈਕਸ ਦੇ ਵਿੱਚ ਜਿਉਂਦੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਮੈਂ ਫੀਮੇਲ ਤੋਂ ਇਹ ਕਹਿਣਾ ਚਾਹੂੰਗੀ ਕਿ ਜਿਹੜੀ ਮੈਂ ਹੁਣੀ ਚੰਗੀ ਚੀਜ਼ ਦੀ ਗੱਲ ਕੀਤੀ ਹੈ ਇਹਦੇ 'ਚ ਤੁਹਾਨੂੰ ਪਤਾ ਹੈ ਸਭ ਤੋਂ ਜ਼ਿਆਦਾ ਕੌਣ ਹੈ ਅੱਗੇ ਫੀਮੇਲ ਖੁਦ ਹੀ ਹੈ ਉਹ ਖੁਦ ਫੀਮੇਲ ਹੈ ਔਰ ਉਹ ਆਪਣੇ ਘਰ 'ਚ ਕਹੇਗੀ ਮੈਨੂੰ ਇੱਕ ਚੰਗੀ ਚੀਜ਼ ਲਿਆ ਦੇ ਤੇ ਕਿਆ ਉਹ ਆਪ ਚੰਗੀ ਚੀਜ਼ ਨਹੀਂ ਸੀ ਬਿਲਕੁਲ ਹੈ ਨਾ ਇਹ ਮੈਨੂੰ ਬਹੁਤ ਜ਼ਿਆਦਾ ਮੇਰੇ ਨਾ ਦਿਲ ਦੇ ਕਰੀਬ ਸੱਚੀ ਹੈ ਵਾਲਾ ਟੌਪਿਕ ਹੈ ਜਿਹੜਾ ਤੁਸੀਂ ਛੇੜਿਆ ਆਪਣੀ ਹੋਂਦ ਦੇ ਉੱਤੇ ਆਪ ਹੀ ਸਵਾਲ ਕਰਦੀਆਂ ਨੇ ਆਪ ਹੀ ਸਵਾਲ ਕਰ ਰਹੇ ਆ ਤੁਸੀਂ ਕਿ ਮੇਰੇ ਘਰ 'ਚ ਇੱਕ ਚੰਗੀ ਚੀਜ਼ ਮੇਰੀ ਫੈਮਿਲੀ ਕੰਪਲੀਟ ਹੋ ਜਾਏਗੀ ਮਤਲਬ ਬਾਕੀ ਜਿਹੜੇ ਲੋਕ ਹੈ ਉਹ ਕੰਪਲੀਟ ਨਹੀਂ ਕਰ ਰਹੇ ਫੈਮਿਲੀ ਨੂੰ ਹੈ ਨਾ ਸੋ ਇਹ ਔਰ ਦੂਸਰਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਦੀ ਬਗਾਵਤ ਕਰਕੇ ਹੀ ਕੰਮ ਹੁੰਦਾ ਹੈ ਨਾ ਤੁਸੀਂ ਆਰਾਮ ਨਾਲ ਥੋੜਾ ਟਾਈਮ ਲੈ ਕੇ ਹੌਲੀ ਹੌਲੀ ਆਪਣੇ ਡੈਸਟੀਨੇਸ਼ਨ ਵੱਲ ਵੱਧ ਸਕਦੇ ਆ ਜੇ ਤੁਸੀਂ ਡਿਸਾਈਡ ਕੀਤਾ ਹੋਇਆ ਨਾ ਕਿ ਮੈਂ ਇੱਥੇ ਤੱਕ ਪਹੁੰਚਣਾ ਹੈ ਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਇਹ 'ਚ ਮੁਸ਼ਕਿਲ ਹੋਏਗੀ ਕੁਝ ਵੀ ਤੇ ਅਸੀਂ ਜਿਹੜੀ ਦਰਸ਼ਕਾਂ ਨਾਲ ਗੱਲਬਾਤ ਕਰਨਾ ਚਾਹਾਂਗੇ ਕਿ ਸੀਮਾ ਸੋਨੀ ਅਗਰ ਵਿਆਹ ਦੇ 20 ਸਾਲਾਂ ਬਾਅਦ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਨੇ ਅਗਰ ਉਹ ਇਕੱਲੇ ਵਰਲਡ ਟੂਰ ਤੇ ਵੀ ਜਾ ਸਕਦੇ ਨੇ ਅਗਰ ਉਹ ਇਕੱਲੇ ਰੇਡੀਓ ਸਟੇਸ਼ਨ ਨੂੰ ਹੈਂਡਲ ਕਰ ਸਕਦੇ ਨੇ ਅਗਰ ਉਹ ਇਕੱਲੇ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਸੋਸ਼ਲ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਕੰਮ ਕਰ ਸਕਦੇ ਨੇ ਪਰਿਵਾਰ ਨੂੰ ਦੇਖ ਸਕਦੇ ਨੇ ਪਰਿਵਾਰ ਦੀ ਮਦਦ ਵੀ ਕਰ ਸਕਦੇ ਨੇ ਤਾਂ ਸਾਨੂੰ ਇਹ ਲੱਗਦਾ ਕਿ ਬਾਕੀ ਜਿਹੜੀਆਂ ਸਾਡੀਆਂ ਔਰਤਾਂ ਨੇ ਇਹਨਾਂ ਦੇ ਵਿੱਚੋਂ 1-2 ਕੰਮ ਤਾਂ ਸ਼ਾਇਦ ਕਰ ਹੀ ਸਕਦੀਆਂ ਨੇ ਕਿਉਂਕਿ ਔਰਤ ਦੀ ਜਦੋਂ ਅਸੀਂ ਪਰਿਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਸ਼ਾਇਦ ਇੰਨੀ ਕੁ ਸਮਰੱਥ ਹੈ ਔਰਤ ਆਪਣੇ ਆਪ 'ਚ ਪੂਰੀ ਹੈ ਕਿ ਉਹ ਜ਼ਿੰਦਗੀ 'ਚ ਕੋਈ ਵੀ ਉਹਨਾਂ ਨੂੰ ਅਸੀਂ ਮੈਮ ਚੈਲੰਜ ਆ ਜਾਏ ਉਸ ਚੈਲੰਜ ਨੂੰ ਜਿਹੜਾ ਉਹ ਪੂਰਾ ਕਰ ਸਕਦੀ ਹੈ ਬਿਲਕੁਲ ਤੇ ਤੁਸੀਂ ਜਾਂਦੇ ਸਾਡੇ ਜਿਹੜੇ ਦਰਸ਼ਕ ਨੇ ਜਿਹੜੇ ਪੰਜਾਬ 1 ਟੀਵੀ ਦੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਆਪਣੇ ਵੱਲੋਂ ਕੋਈ ਵੀ ਸੰਦੇਸ਼ ਉਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਕਰੋਨਾ ਦਾ ਜੋ ਟਾਈਮ ਚੱਲ ਰਿਹਾ ਉਸ ਸਮੇਂ ਦੇ ਵਿੱਚ ਪਰਿਵਾਰ ਨੂੰ ਕਿੱਦਾਂ ਸੰਭਾਲਣ ਤੇ ਐਜ਼ ਅ ਫੀਮੇਲ ਅਸੀਂ ਪਰਿਵਾਰ ਨੂੰ ਕਿੱਦਾਂ ਪਿਆਰ ਦੇ ਨਾਲ ਤੇ ਇੱਕ ਏਕਤਾ ਦੇ ਨਾਲ ਬਣ ਕੇ ਰੱਖ ਸਕਦੇ ਹਾਂ ਬਿਲਕੁਲ ਆਪਣੇ ਆਪ ਨੂੰ ਸੇਫ ਰੱਖੋ ਘਰਾਂ ਤੋਂ ਬਾਹਰ ਤਾਂ ਹੀ ਨਿਕਲੋ ਜੇ ਕੋਈ ਤੁਹਾਨੂੰ ਬਹੁਤ ਜ਼ਰੂਰੀ ਹੈ
ਆਪਣੀ ਫੈਮਿਲੀ ਦੀ ਪੂਰੀ ਦੇਖ ਰੇਖ ਕਰੋ, ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਵੱਡੇ ਕਰੋ, ਆਪਣੀ ਕੁੜੀਆਂ ਨੂੰ ਖਾਸ ਕਰਕੇ ਉਹਨਾਂ ਨੂੰ ਸੋਸਾਇਟੀ 'ਚ ਕੀ ਅੱਛਾ ਕੀ ਬੁਰਾ ਹੈ ਉਹਦੀ ਸਮਝ ਤੁਸੀਂ ਹੀ ਦੇਣੀ ਹੈ, ਤਾਂ ਕਿ ਸਾਡੀ ਲੜਕੀਆਂ ਅੱਜ ਦੇ ਸਮਾਜ 'ਚ ਆਪਣੇ ਆਪ ਨੂੰ ਸੇਫ ਰੱਖ ਸਕਣ, ਅਸੀਂ ਕਿਸੇ ਨੂੰ ਇਲਜ਼ਾਮ ਨਾ ਲਗਾ ਸਕੀਏ। ਔਰ ਦੂਸਰਾ ਕਿ ਜੋ ਵੀ ਸਾਡੀ ਕੰਟਰੀ 'ਚ ਇੰਨੇ ਸਾਰੇ ਕੇਸਿਸ ਹੋਏ ਹੈ, ਨਿਰਭया ਲਗਾ ਲਓ ਜਾਂ ਕੁਝ ਵੀ, याद रखना कि वो लोग कोई एलियंस नहीं है, वो साडी सोसाइटी चो ही निकले हुए हैं। बिल्कुल सही। सो इस करके अपने आप नू सेफ रखो, अपने बच्चों नू सेफ रखो, अपनी कुड़ियां दे सुपने पूरे करो। ਇਹ ਬਹੁਤ ਖੂਬਸੂਰਤ ਗੱਲ ਹੈ ਜਿਹੜੀ ਸੀਮਾ ਮੈਮ ਤੁਸੀਂ ਜਾਂਦੇ ਜਾਂਦੇ ਕੀਤੇ ਕਿ ਆਪਣੀਆਂ ਬੇਟੀਆਂ ਦੇ ਜਿਹੜੇ ਸੁਪਨੇ ਉਹ ਪੂਰੇ ਕਰਨ ਦੀ ਜ਼ਰੂਰਤ ਹੈ। ਔਰ ਅਸੀਂ ਵਾਅਦਾ ਕਰਦੇ ਹਾਂ ਪੰਜਾਬ 1 ਟੀਵੀ ਦੀ ਟੀਮ ਵੱਲੋਂ, ਆਪਣੇ ਮੰਚ ਵੱਲੋਂ, ਤੇ ਵੱਧ ਤੋਂ ਤੁਹਾਡਾ ਜਿਹੜਾ ਮੈਸੇਜ ਹੈ ਸਾਡੇ ਲੋਕਾਂ ਤੱਕ ਜਾਵੇ। ਸੋ ਅੱਜ ਜੀ ਆਇਆਂ ਨੂੰ ਪ੍ਰੋਗਰਾਮ ਦਾ ਸਾਡਾ ਮਾਣ ਵਧਾਉਣ ਲਈ, ਸਨਮਾਨ ਵਧਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਕੋਸ਼ਿਸ਼ ਕਰਾਂਗੇ ਦੁਬਾਰਾ ਜੁੜਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਬਹੁਤ ਸਾਰੇ ਜਿਹੜੇ ਸ਼ਖਸੀਅਤ ਦੇ ਜਿਹੜੇ ਪਹਿਲੂ ਨੇ ਉਹਨਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। थैंक यू जी। For more updates, download Punjab 1 TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।